ਸਾਡੇ ਜਿਹੜੇ ਬਜ਼ੁਰਗ ਆ ਜਾਂ ਸਾਡੇ ਪਰਿਵਾਰ ਉਹ ਅਕਸਰ ਕਹਿੰਦੇ ਵੇਖੋ ਭਾਈ ਸਾਹਿਬ ਜੀ ਇਹ 200 ਸਾਲ ਤੋਂ ਅਸੀਂ ਕਰਦੇ ਆ ਰਹੇ ਹਾਂ, 100-150 ਸਾਲ ਤੋਂ ਕਰਦੇ ਆ ਰਹੇ ਹਾਂ। ਇਹਦਾ ਮਤਲਬ ਆ ਵੀ ਇੱਕ ਲੰਮਾ ਸਮਾਂ ਜਿਹੜਾ ਵਾ ਉਹ ਸਾਡੀ ਸੁਰਤ ਉੱਤੇ ਉਸ ਗੱਲ ਦਾ ਇੱਕ ਪ੍ਰਭਾਵ ਅਸਰ ਪੈ ਗਿਆ ਤੇ ਉਸ ਵਹਿਣ ਵਿੱਚ ਵਹਿ ਕੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਗੱਲ ਦਾ ਕੋਈ ਸਿੱਖੀ ਨਾਲ ਸੰਬੰਧ ਹੈ ਕਿ ਨਹੀਂ ਹੈ। ਅਸੀਂ ਬਸ ਉਸੇ ਵਹਿਣ ਦੇ ਵਿੱਚ ਵਹਿ ਹੋਏ ਜਿਹੜੇ ਆ ਉਹ ਕਰਮਕਾਂਡ ਕਰ ਰਹੇ ਆ ਸਾਰੇ। ਤੋਂ ਜਿਹੜੀ ਬਰਾਤ ਜੰਮੂ ਜਾਣੀ ਆ ਅੱਜ ਘੋੜੇ ਤੇ ਨਹੀਂ ਜਾਊਗੀ, ਅੱਜ ਉਹ ਗੱਡੇ ਤੇ ਨਹੀਂ ਜਾਊਗੀ, ਅੱਜ ਗੱਡੀਆਂ ਤੇ ਫਾਸਟ ਗੱਡੀਆਂ ਬੰਦਾ ਕਹਿੰਦਾ ਜਿਹੜੀਆਂ ਆਰਾਮਦਾਇਕ ਹੋਵੇ। ਠੀਕ ਹੈ, ਮਤਲਬ ਉਸ ਜਿਹੜੀ ਪਰੰਪਰਾ ਨੂੰ ਅਸੀਂ ਨਕਾਰ ਦਿੱਤਾ। ਪਰ ਜਦੋਂ ਧਾਰਮਿਕ ਤੌਰ ਤੇ ਕੋਈ ਇੱਦਾਂ ਦੀ ਗੱਲ ਆਉਂਦੀ ਆ ਤੇ ਅਸੀਂ ਉਹਨਾਂ ਪਰੰਪਰਾਵਾਂ ਨੂੰ ਜਿਹੜੀਆਂ ਕਿਤੇ ਮਜਬੂਰੀ ਵਸ ਨਿਕਲੀਆਂ, ਠੀਕ ਹੈ, ਜਿਨ੍ਹਾਂ ਦੀ ਅੱਜ ਦੇ ਸਮੇਂ ਦੇ ਵਿੱਚ ਕੋਈ ਲੋੜ ਨਹੀਂ ਹੈਗੀ, ਉਹਨੂੰ ਅਸੀਂ ਉੱਦਾਂ ਹੀ ਆਪਣੇ ਨਾਲ ਉਹਨਾਂ ਦਾ ਭਾਰ ਢੋਣਾ ਚਾਹੁੰਦੇ ਹਾਂ। ਮੈਂ ਹੈਰਾਨ ਰਹਿ ਜਾਂਦਾ ਵਾਂ ਵੀ ਗੁਰਦੁਆਰੇ ਨਿੱਤ ਆਉਣ ਵਾਲੇ ਬੰਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਤਨੇਮ ਕਰਨ ਵਾਲੇ ਬੰਦੇ ਵੀ ਜੇ ਲੱਤਾਂ ਨੂੰ ਮਤਲਬ ਕਾਲੇ ਧਾਗੇ ਬੰਨ੍ਹ ਕੇ ਆਉਂਦੇ ਆ ਤੇ ਇਹਦਾ ਅਰਥ ਆ ਵੀ ਵੇਖੋ ਸਾਡਾ ਜਿਹੜਾ ਮਾਨਸਿਕ ਦਿਵਾਲੀਆਪਣ ਆ ਉਹ ਕਿੱਥੋਂ ਤੱਕ ਨਿਕਲ ਚੁੱਕਾ ਵਾ, ਅਸੀਂ ਕਿੱਥੋਂ ਤੱਕ ਨਿਘਾਰ ਵਿੱਚ ਆ ਚੱਕੇ ਹਾਂ ਜਾਂ ਇਹਨਾਂ ਕਰਮਕਾਂਡਾਂ ਦੀ ਜਕੜ ਵਿੱਚ ਆ ਚੁੱਕੇ ਹਾਂ ਵੀ ਸਾਡਾ ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਸੀਂ ਪਾਠ ਕਰ ਰਹੇ ਹਾਂ ਸਾਡਾ ਉੱਤੇ ਹੀ ਭਰੋਸਾ ਨਹੀਂ ਹੈਗਾ। ਸਾਡੇ ਕੋਲ ਪੜ੍ਹੇ ਲਿਖੇ ਨੌਜਵਾਨ ਨੇ, ਸਾਡੇ ਕੋਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸਾਡੇ ਕੋਲ ਇਹੋ ਜਿਹੇ ਵੀ ਨੌਜਵਾਨ ਨੇ ਜਾਂ ਅੱਜ ਕੱਲ੍ਹ ਕੋਈ ਵੀ ਮੈਨੂੰ ਲੱਗਦਾ ਨਹੀਂ ਜਿਹੜਾ ਪੜ੍ਹ ਲਿਖ ਸਕਦਾ ਨਾ ਹੋਵੇ ਤੇ ਉਹ ਗੁਰੂ ਦੀ ਬਾਣੀ ਨੂੰ ਪੜ੍ਹ ਵੀ ਸਕਦੇ ਨੇ, ਗੁਰੂ ਦੀ ਬਾਣੀ ਨੂੰ ਵਿਚਾਰ ਵੀ ਸਕਦੇ ਨੇ। ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ ਪਤਾ ਹੈ ਕਿ ਇਹ ਜਿਹੜੇ ਕਰਮ ਕਾਂਡ ਨੇ ਇਹ ਗਲਤ ਨੇ ਜਾਂ ਇਹਨਾਂ ਤੋਂ ਆਪਾਂ ਨੂੰ ਦੂਰ ਹੋਣਾ ਹੈ, ਪਰ ਫਿਰ ਵੀ ਜਾ ਕੇ ਉਹਨਾਂ ਕਰਮ ਕਾਂਡਾਂ ਦੇ ਵਿੱਚ ਉਹ ਫਸ ਰਹੇ ਨੇ, ਫਿਰ ਵੀ ਜਾ ਕੇ ਉਹ ਕਰਮ ਕਾਂਡ ਉਹ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਉਹ ਪਤਾ ਹੈ ਕਿ ਇਹ ਕਰਮ ਕਾਂਡ ਗਲਤ ਹੈ। ਇਹ ਕਈ ਵਾਰੀ ਹੁੰਦਾ ਵਾ ਵੀ ਬੰਦਾ ਨਾ ਪਤਾ ਹੁੰਦਾ ਵਾ ਪਰ ਕਿਉਂਕਿ ਘਰ ਦੇ ਜਿਹੜੇ ਆ ਉਹ ਉਸ ਚੀਜ਼ ਨੂੰ ਫੋਲੋ ਕਰਦੇ ਆ, ਉਹ ਮੰਨਦੇ ਆ ਤੇ ਜਦੋਂ ਨੌਜਵਾਨ ਉਸ ਕਰਮਕਾਂਡ ਤੋਂ ਬਾਗੀ ਹੋਣ ਦੀ ਗੱਲ ਕਰਦਾ ਤੇ ਉਹਨਾਂ ਨੂੰ ਘਰਦਿਆਂ ਨੂੰ ਵੀ ਇਦਾਂ ਮਹਿਸੂਸ ਹੁੰਦਾ ਵਾ ਵੀ ਖਣੀ ਸਾਡਾ ਬੱਚਾ ਸਾਡੇ ਕਹਿਣੇ ਦੇ ਵਿੱਚ ਨਹੀਂ ਰਿਹਾ। ਕਿ ਸਿੱਖ ਜਾ ਕੇ ਜਿਹੜੇ ਮਜ਼ਾਰਾਂ ਦੇ ਉੱਤੇ ਧਾਗੇ ਤਵੀਤ ਬੰਨ ਰਹੇ ਸੀ ਤੇ ਧਾਗੇ ਤਵੀਤ ਬੰਨ ਰਹੇ ਸੀ ਤੇ ਅਸੀਂ ਉਹਨਾਂ ਨੂੰ ਸਮਝਾਇਆ ਵੀ ਕਿ ਇਹ ਚੀਜ਼ ਜਿਹੜੀ ਹੈ ਗੁਰਮਤਿ ਦੇ ਸਿਧਾਂਤ ਦੇ ਬਿਲਕੁਲ ਉਲਟ ਹੈ। ਪਰ ਫਿਰ ਵੀ ਉਹ ਕਈ ਸਾਡੇ ਜਿਹੜੇ ਨੌਜਵਾਨ ਨੇ ਉਹ ਇਹ ਚੀਜ਼ ਕਹਿਣ ਲੱਗੇ ਕਿ ਅਸੀਂ ਅਕਾਲ ਪੁਰਖ ਨੂੰ ਸਨਮੁਖ ਰੱਖ ਕੇ ਧਾਗੇ ਤਵੀਤ ਬੰਨੀ ਹੈ ਜਾਂ ਫਿਰ ਇਹ ਚੀਜ਼ ਅਸੀਂ ਬੰਨੀ ਹੋਈ ਹੈ। ਹੁਣ ਅਕਾਲ ਪੁਰਖ ਨੂੰ ਸਨਮੁਖ ਰੱਖ ਕੇ ਕੱਲ੍ਹ ਨੂੰ ਕੋਈ ਆਖੂ ਮੈਂ ਫਲਾਣਾ ਗਲਤ ਕੰਮ ਕਰਦਾ, ਹੁਣ ਚਲੋ ਮੈਂ ਇਹੋ ਜਿਹੇ ਕੰਮਾਂ ਦੇ ਨਾਲ ਹੀ ਲੈਣੇ। ਮੰਨ ਲਓ ਬੰਦਾ ਆਖੂ ਮੈਂ ਜਦੋਂ ਆਹ ਗਲਤ ਕੰਮ ਕੀਤਾ ਨਾ ਮੈਂ ਅਕਾਲ ਪੁਰਖ ਨੂੰ ਸਨਮੁਖ ਰੱਖ ਲਿਆ, ਹੈ ਨਾ। ਬੰਦਾ ਆਖੂ ਮੈਂ ਰਿਸ਼ਵਤ ਲੈਣ ਲੱਗਾ ਤੇ ਨਾਲੇ ਤੇ ਗਲਤ ਕੰਮ ਕਰ ਰਿਹਾ ਨਾਲੇ ਕਹਿੰਦਾ ਮੈਂ ਅਕਾਲ ਪੁਰਖ ਨੂੰ ਸਨਮੁਖ ਰੱਖ ਲਿਆ। ਵੀ ਇਹ ਕੋਈ ਗੱਲ ਇਹ ਸੈਂਸ ਹੀ ਨਹੀਂ ਬਣਦੀ। ਮਤਲਬ ਇਹ ਇੱਕ ਨੋਰਮਲ ਆਪਾਂ ਇਹਨੂੰ ਕਾਮਨ ਸੈਂਸ ਕਹਿੰਦੇ ਵੀ ਆਮ ਹੀ ਬੰਦੇ ਦੀ ਇਹ ਸਮਝ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਪਿਆਰੀ ਸਾਧ ਸੰਗਤ ਜੀ, ਮੈਂ ਦਾਸ ਜੈਦੀਪ ਸਿੰਘ ਆਪ ਜੀਆਂ ਦਾ ਮੁੜ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਜੀ ਵਿਰਸਾ ਚੈਨਲ 'ਤੇ। ਵਿਰਸਾ ਚੈਨਲ ਜੋ ਕਿ ਕਸ਼ਮੀਰ ਦਾ ਪਹਿਲਾ ਗੁਰਮਤਿ ਚੈਨਲ ਹੈ ਜਿੱਥੋਂ ਆਪ ਅਲੱਗ-ਅਲੱਗ ਵਿਸ਼ੇ ਸੰਬੰਧੀ ਵੀਡੀਓਆਂ ਵੇਖਦੇ ਰਹਿੰਦੇ ਹੋ, ਜਿਵੇਂ ਕਿ ਸਿੱਖ ਹਿਸਟੋਰੀਕਲ ਫੈਕਟਸ, ਸਿੱਖ ਹਿਸਟਰੀ, ਕਸ਼ਮੀਰ ਸਿੱਖ ਸਰਗਰਮੀਆਂ ਅਤੇ ਕਸ਼ਮੀਰ ਦੇ ਵਿੱਚ ਵਸ ਰਹੇ ਸਿੱਖ ਗਤੀਵਿਧੀਆਂ ਤੋਂ ਆਪ ਜਾਣੂ ਹੁੰਦੇ ਹੋ। ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀਆਂ ਦੇ ਨਾਲ ਇਹ ਵਾਅਦਾ ਕੀਤਾ ਹੋਇਆ ਹੈ ਕਿ ਆਪ ਜੀਆਂ ਦੇ ਸਨਮੁਖ ਹਮੇਸ਼ਾ ਇੱਕ ਇਹੋ ਜਿਹੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਿਹੜੇ ਸੱਚ ਦੇ ਪਰਦੇ ਦੇ ਉੱਤੇ ਚਾਨਣਾ ਪਾਏਗੀ। ਅਤੇ ਸਾਡੀ ਕੋਸ਼ਿਸ਼ ਵੀ ਇਹ ਰਹਿੰਦੀ ਹੈ ਕਿ ਤੁਹਾਡੀ ਗੱਲਬਾਤ ਇੱਕ ਇਹੋ ਜਿਹੇ ਐਕਸਪਰਟ ਨਾਲ ਕਰਵਾਈਏ ਜੋ ਉਸ ਸੱਚ ਦੇ ਪਰਦੇ ਦੇ ਉੱਤੇ ਚਾਨਣਾ ਪਾਉਣ ਦੇ ਯੋਗ ਹੋਵੇ, ਤਾਂ ਕਿ ਜੋ ਅਸੀਂ ਗੱਲਬਾਤ ਕਰਦੇ ਹਾਂ ਉਹ ਸਾਡੇ ਵੀ ਸਰਲ ਸਮਝ ਦੇ ਵਿੱਚ ਆਵੇ ਅਤੇ ਸਾਧ ਸੰਗਤ ਦੀ ਵੀ ਸਰਲ ਸਮਝ ਦੇ ਵਿੱਚ ਆਵੇ। ਪਿਆਰੀ ਸਾਧ ਸੰਗਤ ਜੀ, ਪਿਛਲੇ ਕੁਝ ਦਿਨਾਂ ਪਹਿਲਾਂ ਸਾਡੇ ਚੈਨਲ ਦੇ ਉੱਤੇ ਇੱਕ ਵੀਡੀਓ ਵਾਇਰਲ ਆਪਾਂ ਅਪਲੋਡ ਕੀਤੀ ਸੀ। ਉਹ ਜਿਹੜੀ ਵੀਡੀਓ ਸੀ ਉਹ ਸਿੱਖ ਕਰਮ ਕਾਂਡਾਂ ਦੇ ਉੱਪਰ ਸੀ ਕਿ ਕਿਵੇਂ ਅੱਜ ਕੱਲ੍ਹ ਦੇ ਜਿਹੜੇ ਸਿੱਖ ਨੇ ਉਹ ਕਰਮ ਕਾਂਡਾਂ ਦੀ ਬੇੜੀਆਂ ਦੇ ਵਿੱਚ ਜਕੜ ਚੁੱਕੇ ਨੇ। ਆਪਣੀ ਗੁਰੂ ਦੀ ਮੱਤ ਨੂੰ, ਜਿਹੜੀ ਸਾਡੇ ਗੁਰੂ ਦੇ ਦੱਸੇ ਹੋਏ ਰਾਹ ਨੇ, ਗੁਰੂ ਸਾਹਿਬਾਂ ਨੇ ਦੱਸੇ ਹੋਏ ਰਾਹ ਤੋਂ ਦੂਰ ਹੋ ਕੇ ਆਪਾਂ ਕਿਵੇਂ ਮਨਮਤ ਦੇ ਪਾਸੇ ਤੁਰ ਪਏ ਹਾਂ। ਅਤੇ ਇਸ ਵਿਸ਼ੇ ਦੇ ਵਿੱਚ ਅੱਜ ਸਾਡੇ ਨਾਲ ਇਸ ਸੰਬੰਧ ਦੇ ਵਿੱਚ ਜੁੜੇ ਹੋਏ ਨੇ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਜੋ ਕਿ ਕਸ਼ਮੀਰ ਦੇ ਇੱਕ ਪ੍ਰਸਿੱਧ ਪ੍ਰਚਾਰਕ ਨੇ, ਇੱਕ ਪ੍ਰਸਿੱਧ ਬੁਲਾਰੇ ਨੇ।
ਅੱਜ ਅਸੀਂ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਕਿ ਕਸ਼ਮੀਰ ਘਾਟੀ ਦੇ ਜਿਹੜੇ ਸਿੱਖ ਨੇ ਜਾਂ ਫਿਰ ਹੋਰ ਜਿਹੜੇ ਸਿੱਖ ਨੇ ਉਹ ਕਿਵੇਂ ਆਪਣੀ ਗੁਰੂ ਦੀ ਮੱਤ ਨੂੰ ਛੱਡ ਕੇ ਮਨਮਤ ਵਾਲੇ ਪਾਸੇ ਤੁਰ ਪਏ ਨੇ। ਭਾਈ ਸਾਹਿਬ ਜੀ, ਆਪ ਜੀ ਦਾ ਸਵਾਗਤ ਹੈ ਜੀ ਵਿਰਸਾ ਚੈਨਲ ਤੇ। ਭਾਈ ਸਾਹਿਬ ਜੀ, ਜਿਵੇਂ ਕਿ ਅਸੀਂ ਵੇਖ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਨਿਆਰਾ ਪੰਥ ਚਲਾਇਆ, ਇੱਕ ਵਿਰਲਾ ਪੰਥ ਚਲਾਇਆ। ਦੁਨਿਆਵੀ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਨਿਆਰਾ ਪੰਥ ਚਲਾਇਆ, ਪਰ ਫਿਰ ਵੀ ਅਸੀਂ ਵੇਖ ਰਹੇ ਹਾਂ ਕਿ ਸਿੱਖ ਕਿਤੇ ਨਾ ਕਿਤੇ ਅੱਜ ਉਹਨਾਂ ਕਰਮ ਕਾਂਡਾਂ ਦੀ ਬੇੜੀਆਂ ਦੇ ਵਿੱਚ ਫਿਰ ਜਕੜੇ ਜਾ ਚੁੱਕੇ ਨੇ, ਉਹਨਾਂ ਕਰਮ ਕਾਂਡਾਂ ਦੇ ਵੱਲ ਫਿਰ ਭੱਜ ਰਹੇ ਨੇ। ਇਹਦਾ ਕਾਰਨ ਕੀ ਹੈ ਤੇ ਇਹਦੇ ਉੱਤੇ ਠੱਲ ਕਿਵੇਂ ਪਾਈ ਜਾ ਸਕਦੀ ਹੈ? ਹਾਂਜੀ, ਸਭ ਤੋਂ ਪਹਿਲਾਂ ਵਿਰਸਾ ਚੈਨਲ ਦੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮਕਾਂਡ ਦੇ ਬਾਰੇ ਜਿਹੜੀ ਤੁਸੀਂ ਗੱਲਬਾਤ ਚਲੋ ਸਾਂਝੀ ਕੀਤੀ ਤੇ ਨਾਲ ਜੋ ਤੁਹਾਡਾ ਸਵਾਲ ਆ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਵੀ ਕਰਮਕਾਂਡ ਕਿਹਨੂੰ ਕਹਿੰਦੇ ਆ। ਅਸਲ ਵਿੱਚ ਕਰਮਕਾਂਡ ਦੇ ਬਾਰੇ ਸਾਡੇ ਵਿਦਵਾਨਾਂ ਨੇ ਇਹ ਗੱਲ ਲਿਖੀ ਹੈ ਵੀ ਵੇਦਾਂ ਸ਼ਾਸਤਰਾਂ ਦਾ ਉਹ ਅਧਿਆਇ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਜਾਵੇ ਕਿ ਕਿਹੜਾ ਕਰਮ ਕਰਨਾ ਚਾਹੀਦਾ ਤੇ ਕਿਹੜਾ ਨਹੀਂ ਕਰਨਾ ਚਾਹੀਦਾ ਜੀ। ਇਹਦਾ ਜਿਹੜਾ ਬੇਸਿਕ ਅਰਥ ਆ, ਕਾਂਡ ਦਾ ਮਤਲਬ ਹੁੰਦਾ ਚੈਪਟਰ। ਜਿਵੇਂ ਅੱਜ ਆਪਾਂ ਸਕੂਲ ਦੇ ਵਿੱਚ ਬੁੱਕਸ ਪੜ੍ਹਦੇ ਹਾਂ, ਉਹਦੇ ਵਿੱਚ ਵੱਖ-ਵੱਖ ਚੈਪਟਰ ਹੁੰਦੇ ਆ, ਠੀਕ ਹੈ ਜੀ। ਇੱਦਾਂ ਹੀ ਕਾਂਡ ਦਾ ਅਰਥ ਆ ਚੈਪਟਰ, ਤੇ ਕਰਮ ਦਾ ਮਤਲਬ ਹੁੰਦਾ ਕੰਮ, ਵੀ ਕਿਹੜਾ ਕੰਮ ਤੁਹਾਨੂੰ ਕਰਨਾ ਚਾਹੀਦਾ, ਕਿਹੜਾ ਨਹੀਂ ਕਰਨਾ ਚਾਹੀਦਾ। ਜੋ ਵੇਦਾਂ ਸ਼ਾਸਤਰਾਂ ਦੇ ਵਿੱਚ ਜਿੱਥੇ ਇਹ ਗੱਲਾਂ ਦੱਸੀਆਂ ਗਈਆਂ, ਉਸ ਚੈਪਟਰ ਨੂੰ ਕਰਮਕਾਂਡ ਕਿਹਾ ਜਾਂਦਾ। ਹੁਣ ਇਹ ਜਿਹੜਾ ਸ਼ਬਦ ਆ ਨਾ, ਵੈਸੇ ਇਹ ਕੋਈ ਸ਼ਬਦ ਮਾੜਾ ਨਹੀਂ ਆਪਣੇ ਆਪ ਦੇ ਵਿੱਚ, ਪਰ ਕਰਮਕਾਂਡ ਹੁਣ ਜੁੜ ਹੀ ਜਿਹੜਾ ਵਾ ਉਹ ਉਧਰਲੇ ਬੰਨੇ ਗਿਆ ਜਿੱਥੇ ਇਹਦੀ ਜਿਹੜੀ ਅਪਰੋਚ ਆ ਉਹ ਬੜੀ ਨੈਗੇਟਿਵ ਆ। ਹਾਲਾਂਕਿ ਅਸੀਂ ਸਾਰੇ ਹੀ ਕੋਈ ਨਾ ਕੋਈ ਕਰਮ ਆਪਣੀ ਜ਼ਿੰਦਗੀ ਰੋਜ਼ਮਰਾ ਦੇ ਵਿੱਚ ਕਰਦੇ ਹਾਂ। ਮੰਨ ਲਓ ਹੁਣ ਸਿੱਖ ਹਾਂ ਆਪਾਂ ਬਾਣੀ ਪੜ੍ਹਦੇ ਹਾਂ, ਉਹ ਵੀ ਇੱਕ ਕਰਮ ਆ, ਪਰ ਡਿਫਰੈਂਸ ਜਾਂ ਫਰਕ ਇਹ ਕਰਨ ਦੀ ਲੋੜ ਆ ਕਿ ਕਿਹੜਾ ਕਰਮ ਸਿੱਖ ਨੂੰ ਕਰਨਾ ਚਾਹੀਦਾ ਤੇ ਕਿਹੜਾ ਕਰਮ ਜਿਹੜਾ ਵਾ ਉਹ ਨਹੀਂ ਕਰਨਾ ਚਾਹੀਦਾ, ਠੀਕ ਹੈ ਜੀ। ਹੋਰ ਅਸੀਂ ਕਈ ਕਰਮ ਕਰਦੇ ਹਾਂ, ਮੰਨ ਲਓ ਹੁਣ ਜੇ ਅਸੀਂ ਖੰਡੇ ਬਾਟੇ ਕੀ ਪੌਲ ਲੈਂਦੇ, ਉਹ ਵੀ ਇੱਕ ਕਰਮ ਆ, ਠੀਕ ਹੈ ਜੀ, ਉਹ ਵੀ ਇੱਕ ਕੰਮ ਹੀ ਆ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਉਹਨਾਂ ਸਾਰੇ ਫਜ਼ੂਲ ਕਰਮ ਕਾਂਡਾਂ ਵਿੱਚੋਂ ਕੱਢਿਆ। ਜਿਵੇਂ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਦੀ ਤੁਸੀਂ ਗੱਲ ਕੀਤੀ ਆ, ਤੇ ਉਹਨਾਂ ਨੇ ਜਿਹੜੀਆਂ ਮਰ ਚੁੱਕੀਆਂ ਰਸਮਾਂ ਸੀ, ਜਿਹੜੇ ਮਰ ਚੁੱਕੇ ਰਿਵਾਜ ਸੀ, ਜਿਨ੍ਹਾਂ ਦਾ ਸਮਾਜ ਨੂੰ ਤੇ ਆਤਮਿਕ ਤੇ ਅਧਿਆਤਮਿਕ ਤੌਰ ਉੱਤੇ ਜਾਂ ਬਾਹਰੀ ਤੌਰ ਉੱਤੇ ਕੋਈ ਲਾਭ ਨਹੀਂ ਸੀ, ਸਤਿਗੁਰ ਨੇ ਉਹਨਾਂ ਸਾਰੇ ਕਰਮਕਾਂਡਾਂ ਦਾ ਜਿਹੜਾ ਤਿਆਗ ਕਰਨ ਦਾ ਹੋਕਾ ਦਿੱਤਾ। ਪਰ ਦੁਖਾਂਤ ਸਾਡੇ ਵਿੱਚ ਇਹ ਬਣਿਆ, ਜਦੋਂ ਅੱਜ ਆਪਾਂ ਸਿੱਖੀ ਦੀ ਕਿਉਂਕਿ ਹੁਣ ਗੱਲ ਕਰਨ ਬੈਠੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇੱਕ ਲੰਮਾ ਸਮਾਂ ਸਿੱਖਾਂ ਨੇ ਸਟਰਗਲ ਕੀਤਾ, ਜਿਹਦੇ ਵਿੱਚ ਉਹ ਆਪਣੇ ਆਪ ਦੀ ਹੋਂਦ ਦੀ ਲੜਾਈ ਜਿਹੜੀ ਸੀ ਉਹ ਹਕੂਮਤ ਦੇ ਖਿਲਾਫ ਲੜ ਰਹੇ ਸੀ। ਇਸ ਸਮੇਂ ਦਰਮਿਆਨ ਸਾਡੇ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਆ ਉਹ ਉਦਾਸੀਆਂ ਨਿਰਮਲਿਆਂ ਮਹੰਤਾਂ ਦੇ ਕੋਲ ਆ ਗਿਆ, ਕਿਉਂਕਿ ਇਹਨਾਂ ਦਾ ਪਿਛੋਕੜ ਜਿਹੜਾ ਸੀ ਉਹ ਬ੍ਰਾਹਮਣੀ ਸੀ। ਇਹ ਜ਼ਿਆਦੀ ਇਹਨਾਂ ਦੀ ਜਿਹੜੀ ਸਟੱਡੀ ਸੀ ਉਹ ਸਾਰੀ ਉੱਥੋਂ ਨਿਕਲੀ, ਤੇ ਉਹਨਾਂ ਨੇ ਜੋ ਕਰਮਕਾਂਡ ਗੁਰਦੁਆਰਿਆਂ ਵਿੱਚ ਜਿਹੜੇ ਪਹਿਲਾਂ ਬ੍ਰਾਹਮਣ ਮੰਨਦੇ ਸੀ, ਉਹਨੂੰ ਬਦਲਵੇਂ ਰੂਪ ਦੇ ਵਿੱਚ ਕਿਤੇ ਨਾ ਕਿਤੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਵੀ ਲਾਗੂ ਕਰ ਦਿੱਤਾ, ਧਰਮਸ਼ਾਲਾਵਾਂ ਦੇ ਵਿੱਚ ਵੀ ਲਾਗੂ ਕਰ ਦਿੱਤਾ। ਸੋ ਇੱਕ ਲੰਮਾ ਸਮਾਂ ਇਹ ਪ੍ਰੋਸੈਸ ਚੱਲਿਆ, ਜਿਹਦਾ ਕਰਕੇ ਅਜੋਕੇ ਸਮੇਂ ਵਿੱਚ ਵੀ ਸਾਡੇ ਉੱਤੇ ਉਹਨਾਂ ਚੀਜ਼ਾਂ ਦਾ ਪ੍ਰਭਾਵ ਆ, ਚਾਹੇ ਉਹ ਆਪਾਂ ਮਰਿਆਦਾ ਨੂੰ ਲੈ ਕੇ, ਕਿਉਂਕਿ ਅੱਜ ਜਦੋਂ ਕਰਮਕਾਂਡ ਦੇ ਆਪਾਂ ਖੰਡਣ ਦੀ ਗੱਲ ਕਰਦੇ ਹਾਂ, ਕਿਸੇ ਕਰਮਕਾਂਡ ਦੇ ਉੱਤੇ ਚੋਟ ਮਾਰਨ ਦੀ ਗੱਲ ਕਰਦੇ ਹਾਂ, ਤੇ ਤੁਸੀਂ ਵੇਖੋ ਸਾਡੇ ਜਿਹੜੇ ਬਜ਼ੁਰਗ ਆ ਜਾਂ ਸਾਡੇ ਪਰਿਵਾਰ ਉਹ ਅਕਸਰ ਕਹਿੰਦੇ, ਵੇਖੋ ਭਾਈ ਸਾਹਿਬ ਜੀ, ਇਹ ਤਾਂ 200 ਸਾਲ ਤੋਂ ਅਸੀਂ ਕਰਦੇ ਆ ਰਹੇ ਹਾਂ, 100-150 ਸਾਲ ਤੋਂ ਕਰਦੇ ਆ ਰਹੇ ਹਾਂ। ਇਹਦਾ ਮਤਲਬ ਆ ਵੀ ਇੱਕ ਲੰਮਾ ਸਮਾਂ ਜਿਹੜਾ ਵਾ ਉਹ ਸਾਡੀ ਸੁਰਤ ਉੱਤੇ ਉਸ ਗੱਲ ਦਾ ਇੱਕ ਪ੍ਰਭਾਵ ਅਸਰ ਪੈ ਗਿਆ, ਤੇ ਉਸ ਵਹਿਣ ਵਿੱਚ ਵਹਿ ਕੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਗੱਲ ਦਾ ਕੋਈ ਸਿੱਖੀ ਨਾਲ ਸੰਬੰਧ ਹੈ ਕਿ ਨਹੀਂ ਹੈ। ਅਸੀਂ ਬਸ ਉਸੇ ਵਹਿਣ ਦੇ ਵਿੱਚ ਵਹਿ ਹੋਏ ਜਿਹੜੇ ਆ ਉਹ ਕਰਮਕਾਂਡ ਕਰ ਰਹੇ ਆ ਸਾਰੇ ਜਾਣੇ। ਮੈਂ ਇੱਥੇ ਅਕਸਰ ਇੱਕ ਉਦਾਹਰਨ ਦਿੰਦਾ ਹੁੰਦਾ ਵੀ ਜਿਵੇਂ ਨਾ ਹੁਣ ਸਮਾਂ ਬੜਾ ਬਦਲਿਆ, ਤੁਸੀਂ 21ਵੀਂ ਸਦੀ ਦੀ ਗੱਲ ਕੀਤੀ ਆ ਵੀ ਹੁਣ 21ਵੀਂ ਸਦੀ ਚੱਲ ਰਹੀ ਆ। ਵੇਖੋ ਕਿੰਨੀਆਂ ਚੀਜ਼ਾਂ ਅੱਜ ਬਦਲ ਗਈਆਂ। ਪਹਿਲਾਂ ਲੋਕ ਘੋੜਿਆਂ ਦੇ ਉੱਤੇ ਜਦੋਂ ਬਰਾਤਾਂ ਚੜ੍ਹਨੀਆਂ, ਘੋੜਿਆਂ ਦੇ ਉੱਤੇ ਗੱਡਿਆਂ ਦੇ ਉੱਤੇ ਲੋਕ ਜਾਂਦੇ ਹੁੰਦੇ ਸੀ, ਅੱਜ ਉਹਦੀ ਜਗ੍ਹਾ ਗੱਡੀਆਂ ਆ ਗਈਆਂ। ਹੁਣ ਉੱਥੇ ਘੋੜੇ ਦੀਆਂ ਆਵਾਜ਼ਾਂ ਗਾਉਂਦੇ ਹੁੰਦੇ ਸੀ ਜਦੋਂ ਜਾਣਾ, ਤੇ ਅੱਜ ਲੋਕ ਗੱਡੀਆਂ ਦੇ ਨਾਲ ਉਹ ਸਾਰਾ ਕੁਝ ਕਰਦੇ ਆ। ਇੱਦਾਂ ਹੀ ਬੜੀਆਂ ਚੀਜ਼ਾਂ ਨੂੰ ਬੰਦੇ ਨੇ ਆਪਣੀ ਸਹੂਲਤ ਦੇ ਮੁਤਾਬਕ ਤਿਆਗ ਦਿੱਤਾ। ਮੰਨ ਲਓ ਹੁਣ ਕਸ਼ਮੀਰ ਤੋਂ ਜਿਹੜੀ ਬਰਾਤ ਜੰਮੂ ਜਾਣੀ ਆ, ਅੱਜ ਘੋੜੇ ਤੇ ਨਹੀਂ ਜਾਊਗੀ,
ਅੱਜ ਉਹ ਗੱਡੇ ਤੇ ਨਹੀਂ ਜਾਊਗੀ, ਅੱਜ ਗੱਡੀਆਂ ਤੇ ਫਾਸਟ ਗੱਡੀਆਂ ਬੰਦਾ ਕਹਿੰਦਾ ਜਿਹੜੀਆਂ ਆਰਾਮਦਾਇਕ ਹੋਵੇ। ਠੀਕ ਹੈ, ਮਤਲਬ ਉਸ ਜਿਹੜੀ ਪਰੰਪਰਾ ਨੂੰ ਅਸੀਂ ਨਕਾਰ ਦਿੱਤਾ। ਪਰ ਜਦੋਂ ਧਾਰਮਿਕ ਤੌਰ ਤੇ ਕੋਈ ਇਦਾਂ ਦੀ ਗੱਲ ਆਉਂਦੀ ਆ ਤੇ ਅਸੀਂ ਉਹਨਾਂ ਪਰੰਪਰਾਵਾਂ ਨੂੰ ਜਿਹੜੀਆਂ ਕਿਤੇ ਮਜਬੂਰੀ ਵਸ ਨਿਕਲੀਆਂ, ਠੀਕ ਹੈ, ਜਿਨ੍ਹਾਂ ਦੀ ਅੱਜ ਦੇ ਸਮੇਂ ਦੇ ਵਿੱਚ ਕੋਈ ਲੋੜ ਨਹੀਂ ਹੈਗੀ, ਉਹਨੂੰ ਅਸੀਂ ਉਦਾਂ ਹੀ ਆਪਣੇ ਨਾਲ ਉਹਨਾਂ ਦਾ ਭਾਰ ਢੋਣਾ ਚਾਹੁੰਦੇ ਆ। ਹੁਣ ਹਿੰਦੁਸਤਾਨ ਦੇ ਲੋਕ ਜਾਂ ਧਰਮ ਦੇ ਨਾਂ ਤੇ ਜਿਹੜੇ ਬ੍ਰਾਹਮਣਾਂ, ਪੰਡਤਾਂ, ਮੁਲਾਣਿਆਂ, ਕਾਜ਼ੀਆਂ ਨੇ ਜਿਹੜੇ ਲੋਕਾਂ ਦੇ ਉੱਤੇ ਬੋਝ ਪਾਏ ਹੋਏ ਸੀ, ਗੁਰੂ ਨਾਨਕ ਸਾਹਿਬ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਕਾਰਿਆ। ਉਹਨਾਂ ਨੂੰ ਕਰਮਕਾਂਡ ਕਹਿ ਕੇ ਵੀ ਇਹਨਾਂ ਦਾ ਤੁਹਾਡੇ ਆਤਮਿਕ ਜੀਵਨ ਨੂੰ ਵੀ ਕੋਈ ਲਾਭ ਨਹੀਂ ਹੈਗਾ। ਮਿਸਾਲ ਦੇ ਤੌਰ ਤੇ ਵੇਖੋ, ਹਿੰਦੂ ਮਤ ਦੇ ਵਿੱਚ ਬੜੀ ਵੱਡੀ ਆਪਣੇ ਆਪ 'ਚ ਪਰੰਪਰਾ ਵਾ, ਜਨੇਊ ਦੀ ਪਰੰਪਰਾ ਬੜੀ ਵੱਡੀ ਹੈ। ਠੀਕ ਹੈ ਜੀ, ਗੁਰੂ ਸਾਹਿਬ ਨੇ ਆਖਿਆ ਵੀ ਇਹਦਾ ਤੇਰੇ ਆਤਮਿਕ ਜੀਵਨ ਨੂੰ ਕੋਈ ਲਾਭ ਨਹੀਂ ਹੈ, ਉਹਨੂੰ ਉਹਨਾਂ ਨੇ ਨਕਾਰਿਆ। ਇੱਦਾਂ ਹੀ ਅੱਜ ਦੇ ਸਮੇਂ ਦੇ ਵਿੱਚ ਹੁਣ ਅਸੀਂ ਕੋਈ ਪੰਡਤ ਤੇ ਪਾਂਧਾ ਸਾਨੂੰ ਇੱਦਾਂ ਦੀ ਸਿੱਖਿਆ ਨਹੀਂ ਦਿੰਦਾ, ਪਰ ਸਾਡੇ ਗੁਰਦੁਆਰੇ ਜਿਹੜੇ ਨੇ ਅੱਜ ਉਹ ਕਿਤੇ ਨਾ ਕਿਤੇ ਸਿੱਖ ਰਹਿਤ ਮਰਿਆਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਸਖਣੇ ਹੋ ਕੇ ਕਰਮਕਾਂਡਾਂ ਦਾ ਗੜ੍ਹ ਜਿਹੜਾ ਉਹ ਬਣ ਚੁੱਕੇ ਆ। ਹਾਂਜੀ, ਤੇ ਭਾਈ ਸਾਹਿਬ ਜੀ ਤੁਸੀਂ ਗੱਲ ਕੀਤੀ ਕਿ ਜਿਹੜਾ ਇਹ ਸਾਡੇ ਜਿਹੜੀ ਧਾਰਮਿਕ ਸੰਸਥਾਵਾਂ ਨੇ ਜਾਂ ਗੁਰਦੁਆਰੇ ਜਿਹੜੇ ਨੇ ਇਹ ਕਰਮਕਾਂਡਾਂ ਦਾ ਜਿਹੜਾ ਗੜ੍ਹ ਬਣ ਚੁੱਕੇ ਆ, ਪਰ ਜਿਹੜੇ ਆਪਾਂ ਵੇਖ ਕਿ ਆਪਾਂ ਇਹਦੇ ਤੇ ਠੱਲ ਕਿਵੇਂ ਪਾਈ ਜਾ ਸਕਦੀ ਹੈ, ਇਹਨੂੰ ਰੋਕਿਆ ਕਿਵੇਂ ਜਾ ਸਕਦਾ ਹੈ? ਹਾਂਜੀ, ਇਹਦਾ ਰੋਕਣ ਦਾ ਜਿਹੜਾ ਤਰੀਕਾ ਉਹ ਇਹੋ ਹੀ ਆ ਵੀ ਜਿੰਨਾ ਚਿਰ ਅਸੀਂ ਆਪ ਆਪਣਾ ਅਕੀਦਾ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਲੈ ਕੇ ਆਉਂਦੇ, ਕਿਉਂਕਿ ਸਾਰੀਆਂ ਚੀਜ਼ਾਂ ਚਲੋ ਬਾਕੀ ਸੈਕੰਡਰੀ ਆ ਸਿੱਖ ਲਈ, ਸਭ ਤੋਂ ਉੱਤਮ ਸਾਡੇ ਲਈ ਸਾਨੂੰ ਇਹ ਮੰਨਣਾ ਪਊਗਾ ਵੀ ਸਾਡੀ ਜੀਵਨ ਦੀ ਜਿਹੜੀ ਪ੍ਰਾਇੋਰਟੀ ਆ ਉਹ ਗੁਰੂ ਗ੍ਰੰਥ ਸਾਹਿਬ ਹੋਣੀ ਚਾਹੀਦੀ ਆ, ਕਿਉਂਕਿ ਗੁਰਦਾ ਗੱਦੀ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਹੋਈ ਆ। ਹੁਣ ਸਾਨੂੰ ਕੁਝ ਚੀਜ਼ਾਂ ਚਲੋ ਅਸੀਂ ਸਮਾਜਿਕ ਤੌਰ ਤੇ ਅਪਣਾਉਣੇ ਵੀ ਆ। ਮੰਨ ਲਓ ਵੀ ਮੈਂ ਇਹਨਾਂ ਚੀਜ਼ਾਂ ਨੂੰ ਕਰਮਕਾਂਡ ਵਿੱਚ ਨਹੀਂ ਮੰਨਦਾ ਵੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦਾ, ਕਿਉਂਕਿ ਉਹ ਬਾਣੀ ਨਿਰੰਕਾਰ ਦਾ ਰੂਪ ਆ, ਉਹਨੇ ਸਾਨੂੰ ਨਿਰੰਕਾਰ ਦੇ ਨਾਲ ਮੇਲਣਾ ਜਾਂ ਸਾਡੇ ਜੀਵਨ ਦੀ ਮਰਿਆਦਾ ਨੂੰ ਠੀਕ ਕਰਨਾ, ਉਹ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦੇ ਆ। ਠੀਕ ਹੈ ਜੀ, ਪਰ ਜੇ ਕੋਈ ਗੁਰਦੁਆਰੇ ਦੇ ਵਿੱਚ ਜਾਂਦਾ ਹੋਇਆ, ਬਾਹਰ ਗੁਰਦੁਆਰੇ ਦੇ ਜਿੱਥੇ ਲੋਕ ਪੈਰ ਧੋਂਦੇ ਆ ਉੱਥੋਂ ਜੇ ਉਹ ਪਾਣੀ ਦੇ ਚੁਲੇ ਲੈ ਰਿਹਾ, ਤੇ ਫਿਰ ਜ਼ਰੂਰ ਕਿਤੇ ਨਾ ਕਿਤੇ ਸਾਨੂੰ ਸੋਚਣਾ ਬਣਦਾ ਵਾ ਵੀ ਇਹਦੀ ਅਗਿਆਨਤਾ ਦਾ ਜਿਹੜਾ ਪੱਧਰ ਆ ਉਹ ਇੰਨਾ ਹਾਈ ਹੋ ਚੁੱਕਾ ਵਾ ਵੀ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਕੋਈ ਵੀ ਵਿਸ਼ਵਾਸ ਭਰੋਸਾ ਨਹੀਂ ਰਿਹਾ। ਠੀਕ ਹੈ ਜੀ, ਇਹਦੇ ਨਾਲ ਜਦੋਂ ਤੁਸੀਂ ਆਪਾਂ ਕਰਮਕਾਂਡਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਾਨੂੰ ਕਸਵੱਟੀ ਆ, ਇੱਕ ਜਿਵੇਂ ਨਾ ਸੁਨਿਆਰ ਹੁੰਦਾ ਉਹਦੇ ਕੋਲ ਇੱਕ ਕਸੌਟੀ ਆ ਜਿਹਦੇ ਉੱਤੇ ਉਹ ਸੋਨੇ ਦੀ ਸ਼ੁੱਧਤਾ ਪਰਖਦਾ। ਮੰਨ ਲਓ ਕੋਈ ਸੋਨੇ ਵਰਗੀ ਚਮਕਦੀ ਚੀਜ਼ ਸੁਨਿਆਰ ਦੇ ਕੋਲ ਲੈ ਜੇ, ਉਹਨੂੰ ਜਾ ਕੇ ਉਹ ਕਵੇ ਵੀ ਲੈ ਆ, ਮਤਲਬ ਇਹ ਮੈਂ ਇੰਨੇ ਦੀ ਵੇਚਣੀ ਆ, ਤੇ ਸੁਨਿਆਰ ਦੇ ਕੋਲ ਇੱਕ ਕਸਵੱਟੀ ਆ ਜਿਹਦੇ ਉੱਤੇ ਲਾ ਕੇ ਉਹਨੇ ਵੇਖਣਾ ਵੀ ਇਹ ਜਿਹੜਾ ਸੋਨਾ ਵਾ ਇਹ ਖਰਾ ਵਾ ਕਿ ਖੋਟਾ ਵਾ, ਇਹਦੇ ਵਿੱਚ ਪਿਓਰਿਟੀ ਕਿੰਨੀ ਆ। ਸੋ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਉਹ ਕਸਵੱਟੀ ਆ ਜਿਹਦੇ ਵਿੱਚ ਅਸੀਂ ਆਪਣੀਆਂ ਰਸਮਾਂ ਨੂੰ ਵੀ ਲਾ ਕੇ ਵੇਖਣਾ, ਆਪਣੀਆਂ ਪਰੰਪਰਾਵਾਂ ਨੂੰ ਵੀ ਲਾ ਕੇ ਵੇਖਣਾ, ਜਿਹਦੇ ਉੱਤੇ ਅਸੀਂ ਹਰ ਉਸ ਚੀਜ਼ ਨੂੰ ਲਾ ਕੇ ਵੇਖਣਾ ਜਿਹੜੀ ਸਾਨੂੰ ਕਰਮਕਾਂਡ ਨਜ਼ਰ ਆਉਂਦੀ ਆ। ਜੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨੂੰ ਕੋਈ ਮਾਨਤਾ ਮਿਲ ਰਹੀ ਆ, ਫਿਰ ਤੇ ਉਹਨਾਂ ਚੀਜ਼ਾਂ ਨੂੰ ਅਪਣਾਉਣ ਦਾ ਕੋਈ ਨਾ ਕੋਈ ਲਾਭ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਉੱਤੇ ਉਹ ਚੀਜ਼ਾਂ ਖਰੀਆਂ ਨਹੀਂ ਉਤਰ ਰਹੀਆਂ ਤੇ ਉਹਨਾਂ ਨੂੰ ਸਾਨੂੰ ਨਕਾਰਨਾ ਜ਼ਰੂਰੀ ਬਣ ਜਾਂਦਾ। ਠੀਕ ਹੈ ਜੀ, ਫਿਰ ਸਾਡੇ ਕੋਲ ਇੱਕ ਬੜਾ ਵਧੀਆ ਅੱਜ ਦੇ ਸਮੇਂ ਵਿੱਚ ਐਵੀਡੈਂਸ ਆ ਜਿਹੜਾ ਸਾਡਾ ਸਿੱਖ ਰਹਿਤ ਮਰਿਆਦਾ ਦਾ। ਹਾਲਾਂਕਿ ਚਲੋ ਕਿਸੇ ਇਕੱਲੇ ਬੰਦੇ ਨੂੰ ਕੋਈ ਅਧਿਕਾਰ ਨਹੀਂ ਆ ਵੀ ਉਹਦੇ ਵਿੱਚ ਕੋਈ ਤਬਦੀਲੀ ਕਰ ਸਕੇ, ਪਰ ਫਿਲਹਾਲ ਸਾਡੇ ਕੋਲ ਇੱਕ ਸਿੱਖ ਰਹਿਤ ਮਰਿਆਦਾ ਵਾ ਜਿਹੜਾ ਸਿੱਖ ਕੋਡ ਆਫ ਕੰਡਕਟ ਆ, ਉਹਦੇ ਵਿੱਚ ਬਹੁਤ ਕੁਝ ਐਸਾ ਲਿਖਿਆ ਹੋਇਆ, ਮੇਰੇ ਖਿਆਲ 30-32 ਪੰਨੇ ਦੀ ਉਹ ਮਰਿਆਦਾ ਵਾ ਜਿਹਦੇ ਵਿੱਚ ਲਿਖਿਆ ਵੀ ਜੇ ਸਿੱਖ ਦੇ ਘਰੇ ਮੌਤ ਹੋ ਜਾਵੇ ਕੀ ਕਰਨਾ ਚਾਹੀਦਾ, ਜੇ ਸਿੱਖ ਦੇ ਘਰੇ ਕੋਈ ਬੱਚਾ ਜਨਮ ਲਿਆ ਫਿਰ ਕੀ ਕਰਨਾ ਚਾਹੀਦਾ। ਠੀਕ ਹੈ ਜੀ, ਸਾਨੂੰ ਜਿੰਨਾ ਚਿਰ ਅਸੀਂ ਉੱਤੇ ਡਿਪੈਂਡੇਬਲ ਨਹੀਂ ਹੁੰਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਸੀਂ ਡਿਪੈਂਡ ਨਹੀਂ ਹੁੰਦੇ, ਉਹਨਾਂ ਚਿਰ ਇਹ ਕਰਮਕਾਂਡਾਂ ਤੋਂ ਸਾਡਾ ਕਦੀ ਵੀ ਖਹਿੜਾ ਨਹੀਂ ਛੁੱਟੇਗਾ। ਠੀਕ ਹੈ ਜੀ, ਅਸੀਂ ਇਹਨੂੰ ਨਿਭਾਉਂਦੇ ਜਾਵਾਂਗੇ। ਹੁਣ ਗੁਰਦੁਆਰਿਆਂ ਵਿੱਚ ਤੁਸੀਂ ਵੇਖੋ, ਆਮ ਗੁਰਦੁਆਰਿਆਂ ਵਿੱਚ ਜਿਹੜੀਆਂ ਜੋਤਾਂ ਜਗਾਈਆਂ ਜਾ ਰਹੀਆਂ, ਘਿਓ ਉੱਥੇ ਫੂਕਿਆ ਜਾ ਰਿਹਾ, ਇੱਥੋਂ ਤੱਕ ਕਈ ਵਾਰ ਤੇ ਸਾਡੇ ਕੁਝ ਸਥਾਨ ਐਸੇ ਵੀ ਹੈਗੇ ਆ ਜਿੱਥੇ ਘਿਓ ਵੇਚਿਆ ਜਾਂਦਾ ਜੀ, ਮਤਲਬ ਉਹਨੂੰ ਜਿਹੜਾ ਵਾ ਉਹ ਵੇਚਿਆ ਜਾਂਦਾ ਕਿਉਂਕਿ ਏਡੀ ਵੱਡੀ ਤਾਦਾਦ ਵਿੱਚ ਲੋਕ ਸ਼ਰਧਾ ਵਸ ਹੋਏ ਉਹ ਕਰਮਕਾਂਡ ਕਰਦੇ ਆ ਤੇ ਉਹ ਉੱਥੇ ਉਹਨੂੰ ਵੇਚਿਆ ਜਾ ਰਿਹਾ। ਠੀਕ ਹੈ ਜੀ, ਖੈਰ ਮੈਂ ਜਿਹੜੀ ਗੱਲ ਇਹ ਕਰਨ ਲੱਗਾ ਸੀ ਵੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖਤ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਹੜੀ ਆ, ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਚਲੋ ਕੋਈ ਇਹ ਕਹਿ ਸਕਦਾ ਵੀ ਅਸੀਂ ਪੜ੍ਹ ਨਹੀਂ ਸਕਦੇ, ਸਾਨੂੰ ਔਖੀ ਲੱਗੀ। ਹੁਣ ਜਿਹੜੀ ਰਹਿਤ ਮਰਿਆਦਾ ਉਹ 'ਚ ਬੜਾ ਕੁਝ ਜਿਹੜਾ ਉਹ ਸਿੰਪਲ ਵੇ ਦੇ ਵਿੱਚ ਲਿਖਿਆ ਵੀ ਸਿੱਖ ਜਿਹੜਾ ਵਾ ਉਹ ਕਿਸੇ ਦਿਨ ਵਾਰ ਥਿੱਤ ਦੀ ਜਿਹੜੀ ਆ ਉਹਨੂੰ ਕੋਈ ਮਾਨਤਾ ਨਹੀਂ ਦਿੰਦਾ। ਠੀਕ ਹੈ ਜੀ, ਕਿਸੇ ਦਿਨ ਨੂੰ ਉਹ ਪਵਿੱਤਰ ਜਾਂ ਅਪਵਿੱਤਰ
ਨਹੀਂ ਮੰਨਦਾ, ਉਹਦੇ ਲਈ ਸਾਰੇ ਮਤਲਬ ਦਿਨ ਇੱਕੋ ਜਿਹੇ ਇੱਕੋ ਜਿਹੇ ਆ ਜੀ। ਠੀਕ ਹੈ। ਹਾਲਾਂਕਿ ਚਲੋ ਇਹਨੂੰ ਵੀ ਜੇ ਆਪਾਂ ਐਨਾਲਾਈਜ਼ ਕਰੀਏ ਤੇ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਥਿਤ ਵਾਰ ਨਾ ਜੋਗੀ ਜਾਣਾ ਰੁਤਮਾ ਨਾ ਕੋਈ, ਜਿੰਨੇ ਵਾਰ ਤਰੀਕਾਂ ਦਿਨ ਨੇ ਬੰਦੇ ਨੇ ਆਪਣੀ ਫੈਸਿਲਿਟੀ ਆਪਣੀ ਸਹੂਲਤ ਲਈ ਆਪ ਬਣਾਏ ਆ। ਰੱਬ ਵੱਲੋਂ ਕੋਈ ਪਾਰਟੀਕੂਲਰ ਦਿਨ ਸੋਮਵਾਰ ਨਹੀਂ ਬਣਾਇਆ ਗਿਆ, ਉਹਦੇ ਵੱਲੋਂ ਕੋਈ ਮੰਗਲਵਾਰ ਬੁੱਧਵਾਰ ਨਹੀਂ, ਉਹਦੇ ਲਈ ਸਾਰੇ ਦਿਨ ਇੱਕੋ ਜਿਹੇ ਨੇ। ਉਹ ਤੇ ਕੁਦਰਤ ਦਾ ਇੱਕ ਨਿਯਮ ਆ ਵੀ ਸੂਰਜ ਚੜ੍ਹਦਾ ਤੇ ਸੂਰਜ ਜਿਹੜਾ ਵਾ ਉਹ ਅਸਤ ਹੁੰਦਾ ਡੁੱਬਦਾ, ਠੀਕ ਹੈ। ਰਾਤ ਪੈਂਦੀ ਆ, ਰਾਤ ਦੇ ਮਗਰੋਂ ਦਿਨ ਆਉਂਦਾ, ਦਿਨ ਤੋਂ ਮਗਰੋਂ ਰਾਤ ਆਉਂਦੀ, ਇਹ ਤੇ ਕੁਦਰਤ ਦਾ ਇੱਕ ਨਿਯਮ ਆ। ਕੁਦਰਤ ਨੇ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਨਹੀਂ ਦਿੱਤਾ, ਕੁਦਰਤ ਨੇ ਜਨਵਰੀ ਫਰਵਰੀ ਜਾਂ ਸੌਣ ਅੱਸੂ ਭਾਦੋਂ ਨਹੀਂ ਦਿੱਤਾ। ਇਹ ਬੰਦੇ ਦੀ ਆਪਣੀ ਇੱਕ ਕ੍ਰੀਏਸ਼ਨ ਆ ਵੀ ਉਹਨੇ ਆਪਣੀ ਸਹੂਲਤ ਦੇ ਲਈ ਉਸ ਚੀਜ਼ ਨੂੰ ਬਣਾਇਆ ਹੋਇਆ। ਪਰ ਜਦੋਂ ਉਹ ਚੀਜ਼ਾਂ ਨੂੰ ਅਸੀਂ ਕਰਮਕਾਂਡ ਵਿੱਚ ਇਦਾਂ ਪਾ ਲਿਆ ਵੀ ਅੱਜ ਦਾ ਦਿਨ ਜਿਹੜਾ ਉਹ ਪਵਿੱਤਰ ਆ, ਅੱਜ ਦਾ ਦਿਨ ਜਿਹੜਾ ਇਹ ਪਵਿੱਤਰ ਨਹੀਂ ਹੈਗਾ, ਠੀਕ ਹੈ ਜੀ। ਸਮਿਆਂ ਦੇ ਵਿੱਚ ਹੁਣ ਸਿੱਖ ਰਹਿਤ ਮਰਿਆਦਾ 'ਚ ਬੜੀਆਂ ਗੱਲਾਂ ਸਪਸ਼ਟ ਕਰ ਦਿੱਤੀਆਂ ਵੀ ਸਿੱਖ ਜਿਹੜਾ ਵਾ ਉਹ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਮਾਨਤਾ ਨਹੀਂ ਰੱਖਦਾ, ਠੀਕ ਹੈ ਜੀ। ਹੁਣ ਅਗਲੀ ਗੱਲ ਖਾਸ ਕਰਕੇ ਮੈਂ ਤੁਹਾਡੇ ਕਸ਼ਮੀਰ ਦੀ, ਕਿਉਂਕਿ ਚਲੋ ਕਸ਼ਮੀਰ ਦੇ ਵਿੱਚ ਇਹ ਚੈਨਲ ਜਿਹੜਾ ਵਾ ਉਹ ਮੇਰੇ ਖਿਆਲ ਜ਼ਿਆਦਾ ਇਹਦੀ ਪਹੁੰਚ ਹੋਣੀ ਆ। ਹੁਣ ਕਸ਼ਮੀਰ ਦੇ ਸਿੱਖ ਜਿਹੜੇ ਆ ਉਹ ਵੇਖੋ, ਮੈਂ ਪਹਿਲਾਂ ਸਮਝਦਾ ਸੀ ਵੀ ਸ਼ਾਇਦ ਨਹੀਂ, ਪਰ ਮੈਂ ਜਦੋਂ ਇਹਨਾਂ ਨੂੰ ਵੇਖਦਾ ਤੇ ਇਹਨਾਂ ਦੇ ਹੱਥਾਂ ਵਿੱਚ ਵੀ ਕਾਲੇ ਨਾਗ ਜਿਹੜੇ ਆ ਉਹ ਪਾਏ ਹੋਏ ਆ ਜੀ। ਹੁਣ ਕਾਲੇ ਨਾਗ ਮਤਲਬ ਕਿਹਦਾ ਪ੍ਰਭਾਵ, ਕਿਉਂਕਿ ਇੱਥੇ ਚਲੋ ਇਹ ਖੇਤਰ ਜਿਹੜਾ ਵਾ ਇਹ ਮੁਸਲਮਾਨ ਦੇ ਪ੍ਰਭਾਵ ਅਧੀਨ ਆਉਂਦਾ ਵਾ, ਇੱਥੇ ਵੀ ਕਰਮਕਾਂਡ ਇਦਾਂ ਦੇ ਪ੍ਰਚਲਿਤ। ਹਾਲਾਂਕਿ ਜਿਹੜਾ ਸੱਚਾ ਮੁਸਲਮਾਨ ਆ ਉਹ ਵੀ ਇਕੱਲਾ ਤੋਂ ਬਿਨਾਂ ਹੋਰ ਕਿਸੇ ਦੇ ਉੱਤੇ ਕੋਈ ਟੇਕ ਨਹੀਂ ਰੱਖਦਾ, ਤੇ ਪਰ ਨਾਗ ਜਿਹੜੇ ਆ ਉਹ ਕਾਲੇ ਰੰਗ ਦੇ ਕਿੱਥੋਂ ਲੈ। ਇੱਥੇ ਵੀ ਸਿੱਖ ਕੁਝ ਐਸੇ ਹੋ ਸਕਦੇ ਆ ਜਿਹੜੇ ਕਿਸੇ ਕਬਰ ਦੇ ਅੱਗੋਂ ਦੀ ਲੰਘਣ ਡਿਆ ਤੇ ਜਾ ਕੇ ਉੱਥੇ, ਠੀਕ ਹੈ। ਇੱਥੇ ਵੀ ਕਾਲੇ ਧਾਗੇ ਜਿਹੜੇ ਆ ਲੱਤਾਂ ਨੂੰ ਜਿਹੜੇ ਆ ਉਹ ਬੰਨੇ ਜਾਂਦੇ ਆ, ਠੀਕ ਹੈ। ਤੇ ਮੈਂ ਹੈਰਾਨ ਰਹਿ ਜਾਂਦਾ ਵਾਂ ਵੀ ਗੁਰਦੁਆਰੇ ਨਿੱਤ ਆਉਣ ਵਾਲੇ ਬੰਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਤਨੇਮ ਕਰਨ ਵਾਲੇ ਬੰਦੇ ਵੀ ਜੇ ਲੱਤਾਂ ਨੂੰ ਮਤਲਬ ਕਾਲੇ ਧਾਗੇ ਬੰਨ੍ਹ ਕੇ ਆਉਂਦੇ ਆ, ਤੇ ਇਹਦਾ ਅਰਥ ਆ ਵੀ ਵੇਖੋ ਸਾਡਾ ਜਿਹੜਾ ਮਾਨਸਿਕ ਦਿਵਾਲੀਆਪਣ ਆ ਉਹ ਕਿੱਥੋਂ ਤੱਕ ਨਿਕਲ ਚੁੱਕਾ ਵਾ, ਅਸੀਂ ਕਿੱਥੋਂ ਤੱਕ ਨਿਗਾਰ ਵਿੱਚ ਆ ਚੁੱਕੇ ਆ ਜਾਂ ਇਹਨਾਂ ਕਰਮਕਾਂਡਾਂ ਦੀ ਜਕੜ ਵਿੱਚ ਆ ਚੁੱਕੇ ਆ ਵੀ ਸਾਡਾ ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਸੀਂ ਪਾਠ ਕਰ ਰਹੇ ਹਾਂ ਸਾਡਾ ਉੱਤੇ ਹੀ ਭਰੋਸਾ ਨਹੀਂ ਹੈਗਾ, ਠੀਕ ਹੈ ਨਾ ਜੀ। ਸੋ ਇਹਨਾਂ ਸਾਰੀਆਂ ਚੀਜ਼ਾਂ ਚੋਂ ਤਾਂ ਨਿਕਲਿਆ ਜਾਊਗਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਪਹਿਲੀ ਗੱਲ ਆ ਵੀ ਜੋ ਗੁਰ ਕਹੈ ਸੋਈ ਭਲ ਮੰਨੋ, ਜੋ ਗੁਰੂ ਗੱਲ ਕਹਿੰਦਾ ਉਹਨੂੰ ਅਸੀਂ ਭਲਾ ਕਰਕੇ ਮੰਨਦੇ ਆ। ਦੂਜੀ ਗੱਲ ਆ ਵੀ ਜੇ ਸਾਨੂੰ ਸਿੱਖ ਫਲਸਫੇ ਬਾਰੇ ਪਤਾ ਵਾ, ਸਿੱਖੀ ਸਿਧਾਂਤ ਬਾਰੇ ਪਤਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦਾਂ ਦੇ ਅਰਥ, ਤੇ ਫਿਰ ਅਸੀਂ ਕੱਲੀ ਅਰਥਾਂ ਤੱਕ ਹੀ ਨਹੀਂ, ਗਾਂ ਅਰਥਾਂ ਦੀ ਜਿਹੜੀ ਆ ਉਹ ਘੋਖ ਵੀ ਜੇ ਕਰਦੇ ਆ ਤੇ ਉਸ ਸਿੱਖਿਆ ਨੂੰ ਆਪਣੇ ਅਮਲ ਵਿੱਚ ਲੈ ਕੇ ਆਉਣੇ, ਜਿਹਨੂੰ ਸੁਣਿਆ ਮੰਨਿਆ ਮਨ ਕੀਤਾ ਭਾਵ ਵਾਲੇ ਜਦੋਂ ਅਸੀਂ ਕਨਸੈਪਟ ਵਿੱਚ ਪਾਵਾਂਗੇ ਤਾਂ ਇਹਨਾਂ ਕਰਮਕਾਂਡਾਂ ਤੋਂ ਅਸੀਂ ਜਿਹੜੀ ਆ ਉਹ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਜੀ ਭਾਈ ਸਾਹਿਬ ਜੀ, ਅਸੀਂ 21ਵੀਂ ਸਦੀ ਦੇ ਵਿੱਚ ਵਿਚਰ ਰਹੇ ਹਾਂ। ਹਾਂਜੀ, ਤੁਸੀਂ ਪਹਿਲੇ ਵੀ ਗੱਲ ਕੀਤੀ ਕਿ ਅਸੀਂ 21ਵੀਂ ਸਦੀ ਦੇ ਵਿੱਚ ਵਿਚਰ ਰਹੇ ਹਾਂ। ਸਾਡੇ ਕੋਲ ਪੜ੍ਹੇ ਲਿਖੇ ਨੌਜਵਾਨ ਨੇ, ਸਾਡੇ ਕੋਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸਾਡੇ ਕੋਲ ਇਹੋ ਜਿਹੇ ਵੀ ਨੌਜਵਾਨ ਨੇ ਜਾਂ ਅੱਜ ਕੱਲ੍ਹ ਕੋਈ ਵੀ ਮੈਨੂੰ ਲੱਗਦਾ ਨਹੀਂ ਜਿਹੜਾ ਪੜ੍ਹ ਲਿਖ ਸਕਦਾ ਨਾ ਹੋਵੇ, ਤੇ ਉਹ ਗੁਰੂ ਦੀ ਬਾਣੀ ਨੂੰ ਪੜ੍ਹ ਵੀ ਸਕਦੇ ਨੇ, ਗੁਰੂ ਦੀ ਬਾਣੀ ਨੂੰ ਵਿਚਾਰ ਵੀ ਸਕਦੇ ਨੇ। ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ ਪਤਾ ਹੈ ਕਿ ਇਹ ਜਿਹੜੇ ਕਰਮ ਕਾਂਡ ਨੇ ਇਹ ਗਲਤ ਨੇ ਜਾਂ ਇਹਨਾਂ ਤੋਂ ਆਪਾਂ ਨੂੰ ਦੂਰ ਹੋਣਾ ਹੈ, ਪਰ ਫਿਰ ਵੀ ਜਾ ਕੇ ਉਹਨਾਂ ਕਰਮ ਕਾਂਡਾਂ ਦੇ ਵਿੱਚ ਉਹ ਫਸ ਰਹੇ ਨੇ, ਫਿਰ ਵੀ ਜਾ ਕੇ ਉਹ ਕਰਮ ਕਾਂਡ ਉਹ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਉਹ ਪਤਾ ਹੈ ਕਿ ਇਹ ਕਰਮ ਕਾਂਡ ਗੱਲ ਨੇ। ਐਸਾ ਕਿਉਂ ਹੋ ਰਿਹਾ ਹੈ? ਹਾਂ, ਇਹਦਾ ਨਾ ਇੱਕ ਰੀਜ਼ਨ ਆ ਕਿ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਕੋਈ ਵੀ ਜਿਹੜੀ ਚੀਜ਼ ਆ ਨਾ, ਜਦੋਂ ਸਾਡੇ ਪਰਿਵਾਰ ਵਿੱਚ ਉਹਨਾਂ ਚੀਜ਼ਾਂ ਤੇ ਸਾਡੇ ਉੱਤੇ ਇੱਕ ਇੰਪੈਕਟ ਪੈਂਦਾ, ਪ੍ਰਭਾਵ ਪੈਂਦਾ। ਹੁਣ ਮੰਨ ਲਓ ਨੌਜਵਾਨ ਤੁਸੀਂ ਵੀ ਜੋ, ਪਰ ਤੁਸੀਂ ਕਰਮਕਾਂਡ ਨਹੀਂ ਕਰਦੇ, ਤੁਸੀਂ ਇਹਦੇ ਬਾਰੇ ਮੈਨੂੰ ਸਵਾਲ ਜਵਾਬ ਕਰ ਰਹੇ ਹੈ ਨਾ ਜੀ। ਸੋ ਮਤਲਬ ਤੁਹਾਡੇ ਵਿੱਚ ਤੇ ਜਾਗਰਤੀ ਹੈਗੀ ਹੈ ਨਾ, ਤੁਹਾਡੇ ਪਰਿਵਾਰ ਵਿੱਚ ਵੀ ਜਾਗਰਤੀ ਹੋਵੇਗੀ, ਠੀਕ ਹੈ। ਹੁਣ ਜਿਹੜੀ ਇਹਨਾਂ ਨੌਜਵਾਨਾਂ ਦੀ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਆ, ਉਹਦਾ ਰੀਜ਼ਨ ਇਹ ਆ ਵੀ ਕਈ ਵਾਰ ਇਹ ਹੁੰਦਾ ਵਾ ਵੀ ਬੰਦਾ ਨਾ ਪਤਾ ਹੁੰਦਾ ਵਾ, ਪਰ ਕਿਉਂਕਿ ਘਰ ਦੇ ਜਿਹੜੇ ਆ ਉਹ ਉਸ ਚੀਜ਼ ਨੂੰ ਫੋਲੋ ਕਰਦੇ ਆ, ਉਹ ਮੰਨਦੇ ਆ, ਤੇ ਜਦੋਂ ਨੌਜਵਾਨ ਉਸ ਕਰਮਕਾਂਡ ਤੋਂ ਬਾਗੀ ਹੋਣ ਦੀ ਗੱਲ ਕਰਦਾ ਤੇ ਉਹਨਾਂ ਨੂੰ ਘਰਦਿਆਂ ਨੂੰ ਵੀ ਇਦਾਂ ਮਹਿਸੂਸ ਹੁੰਦਾ ਵਾ ਵੀ ਖਣੀ ਸਾਡਾ ਬੱਚਾ ਸਾਡੇ ਕਹਿਣੇ ਦੇ ਵਿੱਚ ਨਹੀਂ ਰਿਹਾ, ਸਾਡੇ ਤੋਂ ਅਸੀਂ ਇਹ ਚੀਜ਼ਾਂ ਨੂੰ ਅਸੀਂ ਕ੍ਰਾਈਟੇਰੀਆ ਇਸ ਚੀਜ਼ ਦਾ ਮੰਨ ਲਿਆ ਨਾ ਵੀ ਜੇ ਹੁਣ ਬੱਚਾ ਕਰਮਕਾਂਡ ਨਹੀਂ ਕਰ ਰਿਹਾ, ਉਹਨੂੰ ਮੰਨ ਲਓ ਗੁਰਬਾਣੀ ਦੀ ਸਮਝ ਲੱਗ ਗਈ, ਤੇ ਘਰਦਿਆਂ ਨੂੰ ਲੱਗਣ ਲੱਗ ਪੈਂਦਾ ਵਾ ਵੀ ਵੇਖੋ ਇਹ ਤੇ ਜੀ ਸਾਡੀਆਂ ਜਿਹੜੀ ਅਸੀਂ ਗੱਲਾਂ ਨਹੀਂ ਮੰਨ ਰਿਹਾ, ਠੀਕ ਹੈ ਜੀ। ਸੋ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਉਹ ਚੀਜ਼ ਵੀ ਫੇਸ ਕਰਨੀ ਪੈਂਦੀ ਆ ਵੀ ਉਹਨਾਂ ਨੂੰ ਆਪਣੇ ਘਰਦਿਆਂ ਦੇ ਮੁਤਾਬਕ ਉਦਾਂ ਚੱਲਣਾ ਪੈਂਦਾ, ਠੀਕ ਹੈ, ਤਾਂ ਕਿ ਉਹ ਇਹ ਸਾਬਤ ਕਰ ਸਕਣ ਵੀ ਨਹੀਂ ਮੰਮੀ ਜਾਂ ਪਾਪਾ ਜੀ ਅਸੀਂ ਤੁਹਾਡੇ ਤੋਂ ਬਾਗੀ ਨਹੀਂ ਹੈ। ਹਾਲਾਂਕਿ ਉਹ ਮੰਮੀ ਪਾਪਾ ਤੋਂ ਬਾਗੀ ਨਹੀਂ ਹੁੰਦੇ, ਉਹ ਉਹਨਾਂ ਕਰਮਕਾਂਡਾਂ ਤੋਂ ਬਾਗੀ ਹੁੰਦੇ ਆ। ਪਹਿਲਾ ਤੇ ਰੀਜ਼ਨ ਇਹਦੇ ਵਿੱਚ ਇਹ ਆ ਜਾਂਦਾ। ਦੂਜਾ ਮੈਂ ਇਹ ਸਮਝਦਾ ਵਾਂ ਵੀ ਜਦੋਂ ਇੱਕ ਲੰਮਾ ਸਮਾਂ ਅਸੀਂ ਕਿਸੇ ਮਾਹੌਲ ਵਿੱਚ ਰਹਿੰਦੇ ਆ, ਕਿਸੇ এনवायरमेंट ਵਿੱਚ ਰਹਿੰਦੇ ਆ, ਤੇ ਦੂਜੇ ਪਾਸੇ ਪੜ੍ਹੇ ਲਿਖੇ ਹੋਣ ਦੀ ਪਰਿਭਾਸ਼ਾ ਕੇਵਲ ਇਹ ਨਹੀਂ ਹੁੰਦੀ ਵੀ ਕੋਈ ਗ੍ਰੈਜੂਏਸ਼ਨ ਹੋ ਗਿਆ, ਕਿਸੇ ਨੇ ਬੀਟੈਕ ਐਮਟੈਕ ਕਰ ਲਈ ਆ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਪੜ੍ਹਿਆ ਉਹਨੂੰ ਕਹਿੰਦੇ ਜਿਹੜਾ ਚੇਤੰਨ ਹੋਵੇ। ਬਾਬੇ ਨੇ ਆਖਿਆ ਨਾ ਗਿਆਨੀ ਹੋਏ, ਗਿਆਨੀ ਦਾ ਮਤਲਬ ਕੌਣ ਆ? ਪੜ੍ਹਿਆ ਹੋਇਆ। ਗਿਆਨੀ ਹੋਏ ਸੋ ਚੇਤੰਨ ਹੋਏ, ਅਗਿਆਨੀ ਅੰਧ ਕਮਾਏ। ਡਿਗਰੀਆਂ ਦਾ ਭਾਰ ਚੁੱਕੀ ਫਿਰਨ ਵਾਲਾ ਬੰਦਾ ਜ਼ਰੂਰੀ ਨਹੀਂ ਆ ਵੀ ਉਹ ਪੜ੍ਹਿਆ ਲਿਖਿਆ ਵਾ। ਇਹ ਠੀਕ ਆ ਵੀ ਦੁਨਿਆਵੀ ਤੌਰ ਤੇ ਕਿਸੇ ਨੂੰ ਕੰਪਿਊਟਰ ਚਲਾਉਣਾ ਆਉਂਦਾ ਹੋਵੇਗਾ। ਹੁਣ ਮੰਨ ਲਓ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਵੀ ਅੱਜ ਨਿੱਕੇ ਨਿੱਕੇ ਬੱਚੇ ਨਾ ਫੋਨ ਚਲਾ ਲੈਂਦੇ, ਐਂਡਰੋਇਡ ਚਲਾ ਲੈਂਦੇ ਆ, ਠੀਕ ਆ। ਤੇ ਦੂਜੇ ਪਾਸੇ ਇੱਕ ਬਜ਼ੁਰਗ ਆ, ਉਹਨੂੰ ਉਹ ਫੋਨ ਚਲਾਉਣਾ ਨਹੀਂ ਆਉਂਦਾ। ਹੁਣ ਦੋਵਾਂ ਚੋਂ ਪੜ੍ਹਿਆ ਲਿਖਿਆ ਕਿਹੜਾ? ਮਤਲਬ ਜੇ ਤੁਸੀਂ ਦੁਨਿਆਵੀ ਅੱਖ ਨਾਲ ਵੇਖੋ, ਜਿਵੇਂ ਅੱਜ ਦੇ ਮਾਹੌਲ ਨਾਲ ਵੇਖੋ, ਤਾਂ ਤੁਹਾਨੂੰ ਲੱਗੂਗਾ ਵੀ ਬਾਪੂ ਨਾਲੋਂ ਜਿਹੜਾ ਬੱਚਾ 5 ਸਾਲ ਦਾ ਉਹ ਪੜ੍ਹਿਆ ਲਿਖਿਆ ਵਾ। ਪਰ ਨਹੀਂ, ਜਿਹੜੀ ਜ਼ਿੰਦਗੀ ਦੇ ਤਜਰਬੇ ਸ਼ਾਇਦ ਬਾਪੂ ਕੋਲ ਆ ਉਹ ਬੱਚੇ ਦੇ ਕੋਲ ਨਹੀਂ ਹੈਗੇ। ਸੋ ਪੜ੍ਹਿਆ ਲਿਖਿਆ ਦਾ ਸਾਨੂੰ ਥੋੜਾ ਜਿਹਾ ਨਾ ਕ੍ਰਾਈਟੇਰੀਆ ਜਿਹੜਾ ਵਾ ਉਹ ਚੇਂਜ ਕਰਨਾ ਪੈਣਾ ਵੀ ਪੜ੍ਹਿਆ ਜ਼ਰੂਰੀ ਨਹੀਂ ਵੀ ਜਿਹਨੇ ਡਿਗਰੀਆਂ ਦਾ ਬਹੁਤ ਜ਼ਿਆਦਾ ਚੁੱਕਿਆ ਨਾ। ਹੁਣ ਇੱਥੇ ਤੁਹਾਨੂੰ ਪੂਰੇ ਭਾਰਤ ਵਿੱਚ ਬਹੁਤ ਐਸੇ ਡਾਕਟਰ ਮਿਲ ਜਾਣਗੇ ਜਿਹੜੇ ਪੜ੍ਹੇ ਲਿਖੇ ਆ ਪਰ ਉਹ ਵੀ ਗੁੱਟਾਂ ਦੇ ਉੱਤੇ ਧਾਗੇ ਬੰਨੀ ਫਿਰਦੇ, ਜਿਹੜੇ ਲੋਕਾਂ ਦਾ ਟ੍ਰੀਟਮੈਂਟ ਕਰਦੇ ਹਸਪਤਾਲਾਂ ਦੇ ਵਿੱਚ, ਠੀਕ ਹੈ। ਉਹ ਵੀ ਆਪ ਹੋ ਸਕਦਾ ਵੀ ਸਵੇਰੇ ਜਿਹੜੇ ਆ ਉਹ ਕੋਈ ਕਰਮਕਾਂਡ ਕਰਕੇ ਹੀ ਘਰੋਂ ਨਿਕਲਦੇ ਹੋਣ, ਠੀਕ ਹੈ। ਸੋ ਪੜ੍ਹੇ ਲਿਖੇ ਦਾ ਮਤਲਬ ਹੈ ਜਿਹੜਾ ਪੂਰਾ ਸੁਚੇਤ ਹੋ ਗਿਆ, ਜਿਹਨੂੰ ਪੂਰਾ ਗਿਆਨ ਹੋ ਗਿਆ। ਹੁਣ ਪੜ੍ਹੇ ਲਿਖੇ ਬਾਰੇ ਮੈਂ ਇੰਨਾ ਕਹਿ ਸਕਦਾ ਹਾਂ ਵੀ ਜਿਹੜੇ ਨੌਜਵਾਨ ਨੂੰ ਤੁਸੀਂ ਪੜ੍ਹੇ ਲਿਖੇ ਵੀ ਉਹਨਾਂ ਦੀ ਇੱਕ ਵਿਸ਼ੇ ਦੇ ਉੱਤੇ ਤੇ ਪਕੜ ਹੈਗੀ ਆ ਵੀ ਉਹਨਾਂ ਨੂੰ ਮੈਥ ਵਧੀਆ ਆਉਂਦਾ, ਉਹਨਾਂ ਨੂੰ ਸਾਇੰਸ। ਹਾਲਾਂਕਿ ਇਹ ਬੜੀ ਨਮੋਸ਼ੀ ਦੀ ਗੱਲ ਵੀ ਮੈਂ ਕਹਿੰਦਾ ਵੀ ਅੱਜ ਦਾ ਵਿਗਿਆਨ ਦਾ ਯੁੱਗ ਜਿਹਨੂੰ ਆਪਾਂ ਕਹਿੰਦੇ ਆ, ਜੇ ਵਿਗਿਆਨ ਦੇ ਯੁੱਗ ਵਿੱਚ ਵੀ ਮਤਲਬ ਵਿਗਿਆਨ ਨੂੰ ਸਮਝਦਾ ਹੋਇਆ ਵੀ ਕੋਈ ਬੰਦਾ ਧਾਗੇ ਤਵੀਤਾਂ ਉੱਤੇ ਯਕੀਨ ਕਰ ਰਿਹਾ, ਤੇ ਮੈਂ ਇਹਨੂੰ ਮਾਨਸਿਕ ਕੰਗਾਲੀ ਗਰਦਾਨਦਾ ਵੀ ਇਹ ਬੰਦੇ ਦੀ ਇੱਕ ਮਾਨਸਿਕ ਕੰਗਾਲੀ ਆ, ਬੌਧਿਕ ਕੰਗਾਲੀ ਆ ਵੀ ਅਸੀਂ ਉਹਨਾਂ ਗੱਲਾਂ ਨੂੰ ਸਮਝ ਨਹੀਂ ਪਾਉਂਦੇ। ਸੋ ਪੜ੍ਹੇ ਲਿਖੇ ਵੀ ਇੱਥੇ ਮੂਰਖ ਹੈਗੇ। ਬਾਬੇ ਨੇ ਕਿਹਾ ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰਾ, ਠੀਕ ਹੈ। ਸੋ ਪੜ੍ਹੇ ਲਿਖੇ ਵੀ ਮੂਰਖ ਹੋ ਸਕਦੇ ਜੀ। ਭਾਈ ਸਾਹਿਬ ਜੀ, ਤੁਸੀਂ ਗੱਲ ਕੀਤੀ ਗੁਰਦੁਆਰਾ, ਜਿਹੜੇ ਧਾਰਮਿਕ ਇੰਸਟੀਟਿਊਸ਼ਨ ਸਾਡੇ, ਤੁਸੀਂ ਗੁਰਦੁਆਰਿਆਂ ਦੀ ਗੱਲ ਕੀਤੀ। ਹਾਂਜੀ। ਜਿਵੇਂ ਕਿ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਦਾ ਉਹ ਕਹਿੰਦੇ ਨੇ ਕਿ ਗੁਰਦੁਆਰਾ ਸਿਰਫ ਇੱਕ ਧਾਰਮਿਕ ਸੰਸਥਾ ਨਹੀਂ ਹੈ, ਉਹ ਸਾਡੇ ਲਈ ਵਕਤ ਆਉਣ ਤੇ ਜੰਗੇ ਮੈਦਾਨ ਵੀ ਹੈ, ਵਕਤ ਆਉਣ ਤੇ ਸਾਡਾ ਘਰ ਵੀ ਹੈ, ਉਹ ਸਾਡੇ ਲਈ ਹਸਪਤਾਲਾਂ ਦਾ ਕੰਮ ਵੀ ਕਰਦੇ, ਸਕੂਲ। ਸਭ ਤੋਂ ਮੇਨ ਜਿਹੜੀ ਗੱਲ ਹੈ ਕਿ ਗੁਰਦੁਆਰਾ ਸਾਡੇ ਲਈ ਇੱਕ ਸਕੂਲ ਹੈ। ਪਰ ਫਿਰ ਵੀ ਅਸੀਂ ਵੇਖ ਰਹੇ ਹਾਂ ਕਿ ਕਿਤੇ ਨਾ ਕਿਤੇ ਜਿਹੜੇ ਸਾਡੇ ਧਾਰਮਿਕ ਇੰਸਟੀਟਿਊਸ਼ਨ ਨੇ, ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਨੇ, ਉਹ ਭ੍ਰਿਸ਼ਟਾਚਾਰ ਵਿੱਚ ਫਸ ਚੁੱਕੀਆਂ ਨੇ। ਕਿ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਮੇਨ ਰੀਜ਼ਨ ਹੋ ਸਕਦਾ ਹੈ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਇਹ ਜਿਹੜੇ ਕਰਮਕਾਂਡ ਨੇ ਉਹ ਘਰ ਕਰ ਚੁੱਕੇ ਨੇ ਤੇ ਉਹਨਾਂ ਨੂੰ ਦੂਰ ਕਰਨਾ ਅੱਜ ਮੁਸ਼ਕਿਲ ਹੋ ਚੁੱਕਿਆ ਹੈ? ਅਸਲ 'ਚ ਨਾ ਮੁਸ਼ਕਿਲ ਇਹ ਵੀ ਜੀ, ਲੰਮੇ ਸਮੇਂ ਤੋਂ ਨਾ ਧਰਮ ਨੂੰ ਪਰਿਭਾਸ਼ਿਤ ਹੀ ਇਦਾਂ ਕੀਤਾ ਗਿਆ। ਮੰਨ ਲਓ ਵੀ ਹੁਣ ਗੁਰਦੁਆਰਾ ਵਾ, ਜਿਵੇਂ ਤੁਸੀਂ ਕਿਹਾ ਵੀ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਵੀ ਗੁਰਦੁਆਰਾ ਸਿੱਖਣ ਵਾਲੇ ਲਈ ਸਕੂਲ ਵੀ ਆ, ਭੁੱਖੇ ਲਈ ਉਹਨੂੰ ਉੱਥੋਂ ਲੰਗਰ ਵੀ ਮਿਲਦਾ, ਠੀਕ ਹੈ। ਕੋਈ ਰਾਹੀ ਜਾਂਦਾ ਤੇ ਉਹਦੇ ਲਈ ਉਹ ਸ਼ਰਨ ਆਸਰਾ ਵੀ ਹੈ, ਠੀਕ ਹੈ। ਜੇ ਮੰਨ ਲਓ ਇੱਕ ਰੁੱਖ ਹੁੰਦਾ, ਉੱਥੋਂ ਕਿਸੇ ਨੂੰ ਫਲ ਵੀ ਮਿਲਦੇ ਆ, ਉੱਥੋਂ ਲੱਕੜ ਵੀ ਮਿਲਦੀ ਆ, ਉੱਥੋਂ ਛਾਂ ਵੀ ਮਿਲਦੀ। ਗੁਰਦੁਆਰਾ ਦੇ ਇਹਨਾਂ ਸਾਰੀਆਂ ਚੀਜ਼ਾਂ ਦਾ ਸਮੂਹ ਹੀ ਹੈ ਨਾ ਗੁਰਦੁਆਰਾ। ਹੁਣ ਹੋਇਆ ਕੀ ਹੈ ਵੀ ਅੱਜ ਸਾਡੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤਕਰੀਬਨ, ਜਿਹੜੀਆਂ ਅਸੀਂ ਚਲੋ ਸ਼੍ਰੋਮਣੀ ਕਮੇਟੀ ਨੂੰ ਦੋਸ਼ ਦਿੰਦੇ, ਉਹ ਬੜੀ ਵੱਡੀ ਸੰਸਥਾ ਵਾ, ਠੀਕ ਹੈ, ਉਹਦੇ ਵਿੱਚ ਵੀ ਜਿਹੜੀਆਂ ਉਣਤਾਈਆਂ ਉਹ ਤਾਂ ਪ੍ਰਤੱਖ ਹੀ ਆ। ਪਰ ਤੁਸੀਂ ਛੋਟੇ ਤੋਂ ਛੋਟੇ ਗੁਰਦੁਆਰੇ ਵੇਖੋ ਜਿਨ੍ਹਾਂ ਦਾ ਕੋਲ ਕੋਈ ਬਹੁਤਾ ਸਰਮਾਇਆ ਜਿਹੜਾ ਨਹੀਂ ਹੈਗਾ, ਠੀਕ ਹੈ ਨਾ, ਉੱਥੇ ਵੀ ਬਕਾਇਦਾ ਇਹੋ ਜਿਹੇ ਕਰਮਕਾਂਡ ਜਿਹੜੇ ਆ ਉਹ ਚੱਲ ਰਹੇ ਆ। ਉੱਥੇ ਵੀ ਪਖੰਡ ਦਾ ਜਿਹੜਾ ਬੋਲਬਾਲਾ ਉਹ ਪੂਰਾ ਵਾ, ਠੀਕ ਹੈ। ਹੁਣ ਇਹਦਾ ਰੀਜ਼ਨ ਕੀ? ਇਹਦਾ ਕਾਰਨ ਇਹ ਆ ਵੀ ਸਾਨੂੰ ਜਿਹੜੀ ਧਰਮ ਦੀ ਪਰਿਭਾਸ਼ਾ ਦਿੱਤੀ ਗਈ ਹੈ ਨਾ, ਜਿਹੜੀ ਅਜੋਕੇ ਸਮੇਂ ਵਿੱਚ ਦਿੱਤੀ ਗਈ, ਉਹ ਇਹੋ ਹੀ ਦਿੱਤੀ ਗਈ ਆ ਵੀ ਮਤਲਬ ਗੁਰਦੁਆਰੇ ਆਓ, ਮੱਥਾ ਟੇਕੋ, ਠੀਕ ਹੈ, ਤੇ ਘੜੀ ਕੋ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਲਓ ਤੇ ਚਲੋ ਆਪਣੇ ਘਰਾਂ ਨੂੰ ਪਰਤ ਜਾਓ, ਠੀਕ ਹੈ। ਇਸ ਤੋਂ ਇਲਾਵਾ ਹੋਰ ਗੁਰਦੁਆਰੇ ਨਾਲ ਮਤਲਬ ਜੇ ਮੈਂ ਕਹਾਂਗਾ ਵੀ 100 ਚੋਂ 70 ਬੰਦਿਆਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਠੀਕ ਹੈ ਜੀ। ਪਰ ਜੇ ਗੁਰਦੁਆਰਾ ਕੀ ਹੈ ਵੀ ਜਿਹੜਾ ਗੁਰੂ ਦੀ ਸਿੱਖਿਆ ਜਿੱਥੇ ਆਪਾਂ ਬੈਠ ਕੇ ਲੈਨੇ, ਹੁਣ ਕਿੰਨੇ ਗੁਰਦੁਆਰੇ ਆ ਜਿੱਥੇ ਬੈਠ ਕੇ ਕੋਈ ਸ਼ਬਦ ਦੀ ਵਿਚਾਰ ਸੁਣਦਾ ਹੋਵੇ। ਤੁਸੀਂ ਵੇਖੋ ਜਦੋਂ ਸ਼ਬਦ ਦੀ ਵਿਚਾਰ ਦਾ ਸਮਾਂ ਆਉਂਦਾ ਗੁਰਦੁਆਰਿਆਂ ਦੇ ਵਿੱਚ ਗਿਣਤੀ ਘਟ ਜਾਂਦੀ ਆ। ਪਰ ਜੇ ਉਹ ਹੀ ਲੰਗਰ ਦਾ ਸਮਾਂ ਹੋਊਗਾ, ਅੱਛਾ ਕਈ ਲੜ ਕੇ ਲੰਗਰ ਲਵਾਉਂਦੇ ਪ੍ਰਬੰਧਕਾਂ ਨੂੰ ਵੀ ਮਤਲਬ ਤੁਸੀਂ ਲੰਗਰ ਕਿਉਂ ਨਹੀਂ ਲਾਇਆ, ਠੀਕ ਹੈ ਨਾ। ਉਹ ਫਿਰ ਪ੍ਰਬੰਧਕਾਂ ਨੂੰ ਇਹ ਲੱਗਦਾ ਵਾ ਵੀ ਇਹਨਾਂ ਨੇ ਸਾਨੂੰ ਚੁਣਿਆ ਵਾ, ਉਹਨਾਂ ਦੀਆਂ ਵੀ ਉਹ ਆਪਣੀਆਂ ਮਜਬੂਰੀਆਂ ਜ਼ਾਹਿਰ ਕਰਦੇ ਆ। ਪਰ ਮੈਨੂੰ ਲੱਗਦਾ ਵੀ ਜੇ ਅਸੀਂ ਗੁਰੂ ਨੂੰ ਸਮਰਪਿਤ ਆ ਨਾ, ਫਿਰ ਸਾਨੂੰ ਇਹਨਾਂ ਚੀਜ਼ਾਂ ਤੋਂ ਪ੍ਰਬੰਧਕਾਂ ਨੂੰ ਵੀ ਥੋੜਾ ਜਿਹਾ ਉੱਪਰ ਉੱਠਣਾ ਚਾਹੀਦਾ ਵੀ ਠੀਕ ਹੈ, ਸਾਡੀ ਜਿੰਨਾ ਚਿਰ ਟਰਮ ਆ ਉਹਨਾਂ ਚਿਰ ਅਸੀਂ ਗੁਰੂ ਦੇ ਸਿਧਾਂਤ ਦੇ ਮੁਤਾਬਕ ਹੀ ਕਾਰਜ ਕਰਨਾ, ਵੀ ਇਹ ਤੋਂ ਉਲਟ ਅਸੀਂ ਕਾਰਜ ਨਹੀਂ ਕਰ ਸਕਦੇ। ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਵਾ ਉਹਨਾਂ ਨੂੰ ਆਪ ਗੁਰਮਤ ਦੇ ਬਾਰੇ ਜਿਹੜੀ ਆ ਉਹ ਸਮਝ ਪ੍ਰਾਪਤ ਜ਼ਰੂਰ ਕਰਨੀ ਚਾਹੀਦੀ। ਮੈਂ ਕਹਿੰਦਾ ਵੀ ਉਹਨਾਂ ਨੂੰ ਵੀ ਕਲਾਸਾਂ ਆਪਣੀਆਂ ਲਾਉਣੀਆਂ ਚਾਹੀਦੀਆਂ ਵੀ ਸਿੱਖ ਰਹਿਤ ਮਰਿਆਦਾ ਕੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੇ, ਠੀਕ ਹੈ। ਬਹੁਤੇ ਪ੍ਰਬੰਧਕਾਂ ਨੂੰ ਸ਼ਾਇਦ ਇਸ ਚੀਜ਼ ਬਾਰੇ ਪਤਾ ਨਹੀਂ, ਪਰ ਉਹਨਾਂ ਪ੍ਰਬੰਧਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਿਹੜਾ ਕੋਈ ਜਾਣਦਾ ਉਸ ਚੀਜ਼ ਬਾਰੇ ਉਹ ਤੋਂ ਆਪਾਂ ਸਿੱਖਣ ਦਾ ਯਤਨ ਕਰੀਏ, ਠੀਕ ਹੈ ਜੀ। ਤੇ ਜਿਹੜਾ ਗੁਰਦੁਆਰੇ ਦਾ ਅਸੂਲ ਆ
ਵੀ ਗੁਰਦੁਆਰੇ ਕਾਹਦੇ ਲਈ ਖੋਲੇ ਹੁਣ ਗੁਰਦੁਆਰੇ ਸਿਰਫ ਗੁਰੂ ਸਾਹਿਬ ਨੇ ਤੁਹਾਨੂੰ ਕੀ ਲੱਗਦਾ ਵੀ ਜੇ ਧਰਮਸ਼ਾਲਾਵਾਂ ਕਾਇਮ ਕੀਤੀਆਂ ਉਹ ਇਸ ਕਰਕੇ ਕੀਤੀਆਂ ਵੀ ਸਿੱਖ ਜਾਇਆ ਕਰਨਗੇ ਉੱਥੇ ਪਾਠ ਕਰਨਗੇ ਅਰਦਾਸ ਕਰਨਗੇ ਬਾਅਦ ਚ ਵਾਪਸ ਆ ਜਾਣਗੇ? ਨਹੀਂ, ਉੱਥੇ ਸ਼ਬਦ ਦੀ ਵਿਚਾਰ ਹੁੰਦੀ, ਉੱਥੇ ਬੰਦੇ ਤਿੱਥੇ ਘੜੀਆ ਸੁਰਤ ਮਤ ਮਨ ਬੁੱਧ, ਇੱਥੇ ਇਹ ਚੀਜ਼ਾਂ ਘੜੀਆਂ ਜਾਂਦੀਆਂ, ਸੁਰਤ ਘੜੀ ਜਾਂਦੀ ਆ, ਬੰਦੇ ਦਾ ਮਨ ਘੜਿਆ ਜਾਂਦਾ, ਬੁੱਧੀ ਘੜੀ ਜਾਂਦੀ ਆ, ਠੀਕ ਹੈ। ਸੋ ਇਹ ਚੀਜ਼ਾਂ ਜਿਹੜੀਆਂ ਵਾ ਅੱਜ ਇਹ ਮਨਫੀ ਹੋ ਗਈਆਂ ਤੇ ਅਸੀਂ ਘਰੋਂ ਵੀ ਬੰਦਾ ਪ੍ਰਸ਼ਾਦਾ ਛਕ ਕੇ ਚਲੇ ਜਾਂਦਾ, ਫਿਰ ਗੁਰਦੁਆਰੇ ਜਾ ਕੇ ਵੀ ਛਕ ਲੈਂਦਾ, ਠੀਕ ਹੈ, ਤੇ ਫਿਰ ਉਹਨੂੰ ਲੱਗਦਾ ਵੀ ਮੇਰਾ ਜਿਹੜਾ ਧਰਮ ਆ ਇਹ ਪੂਰਾ ਹੋ ਗਿਆ, ਠੀਕ ਹੈ, ਤੇ ਮੈਂ ਜੇ ਇੱਕ ਨਾ ਟੇਕ ਆਇਆ ਮੱਥਾ। ਹੁਣ ਵੇਖੋ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਸਤਿਗੁਰ ਕੀ ਪ੍ਰਤੀਤ ਨਾ ਆਈ ਹੈ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਹੋ ਜਾਓ। ਕਹਿੰਦੇ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਆਇਆ, ਸ਼ਬਦ ਨਾ ਲਾਗੋ ਭਾਉ, ਸ਼ਬਦ ਨਾਲ ਪਿਆਰ ਨਹੀਂ ਲੱਗਾ, ਠੀਕ ਹੈ। ਗੁਰੂ ਦੀ ਸ਼ਬਦ ਦਾ ਮਤਲਬ ਗੁਰੂ ਦੀ ਵਿਚਾਰ ਨਾਲ ਜੇ ਪਿਆਰ ਨਹੀਂ ਲੱਗਾ, ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾਓ, ਭਾਵੇਂ 100 ਗੇੜਾ ਕੋਈ ਮਾਰ ਜਾਵੇ। ਜੇ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਨਾ, ਜੇ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਸਾਂਝ ਨਹੀਂ ਹੈ ਤੇ ਜੀਵਨ ਵਿੱਚ ਸੁੱਖ ਪੈਦਾ ਨਹੀਂ ਹੋ ਸਕਦੇ। ਸੋ ਗੁਰਦੁਆਰਾ ਹੁੰਦਾ ਹੈ, ਇੱਥੇ ਕੀਰਤਨ ਹੋਵੇ, ਬਹਿ ਕੇ ਸੰਗਤ ਕੀਰਤਨ ਸੁਣੇ, ਫਿਰ ਸ਼ਬਦ ਦੀ ਵਿਚਾਰ ਹੋਵੇ, ਮੇਨ ਆ ਵੀ ਸ਼ਬਦ ਦੀ ਵਿਚਾਰ ਹੋਵੇ, ਜਿੱਥੋਂ ਅਸੀਂ ਹਰ ਰੋਜ਼ ਕੁਝ ਨਾ ਕੁਝ ਆਪਣੇ ਘਰ ਵਿੱਚ ਆਪਣੇ ਪਰਿਵਾਰ ਵਿੱਚ ਲੈ ਕੇ ਜਾਈਏ, ਸ਼ਬਦ ਦੀ ਵਿਚਾਰ ਦੀ ਸਿੱਖਿਆ ਲੈ ਕੇ ਜਾਈਏ। ਪਰ ਅੱਜ ਸ਼ਾਇਦ ਬੰਦੇ ਨੂੰ ਲੱਗਦਾ ਵਾ ਵੀ ਨਹੀਂ, ਮੈਂ ਚੰਦ ਕੁ ਕਰਮਕਾਂਡ ਜਾ ਕੇ ਜੇ ਗੁਰਦੁਆਰੇ ਕਰ ਲਵਾਂ ਤੇ ਮੇਰਾ ਜਿਹੜਾ ਧਰਮ ਆ ਪੂਰਾ ਹੁੰਦਾ, ਤੇ ਜਿਹਨੂੰ ਇੱਥੇ ਸੈਟੀਸਫੈਕਸ਼ਨ ਮਿਲਦੀ ਉਹਨੂੰ ਫਿਰ ਸੁਰਤ ਘੜਨ ਦੀ ਕੀ ਲੋੜ ਆ, ਉਹਨੂੰ ਫਿਰ ਇੰਨਾ ਬਾਣੀ ਨਾਲ ਇੱਦਾਂ ਕਹਿ ਲਓ ਵੀ ਸਾਂਝ ਪਾਉਣ ਦੀ ਕੀ ਲੋੜ ਆ ਵੀ ਜਿਹੜਾ ਉੱਥੇ ਹੀ ਧਰਮ ਪੂਰਾ ਹੀ ਹੁੰਦਾ। ਜੀ ਭਾਈ ਸਾਹਿਬ ਜੀ, ਜਿਵੇਂ ਕਿ ਅਸੀਂ ਵੇਖ ਰਹੇ ਹਾਂ ਕਿ ਤੁਸੀਂ ਪਿਛਲੀ ਵਾਰੀ ਸਾਡੇ ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਹੋਈ ਸੀ, ਜਿਹੜੀ ਵੀਡੀਓ ਸੀ ਉਹ ਅਸੀਂ ਵੇਖ ਰਹੇ ਸੀ ਕਿ ਸਿੱਖ ਜਾ ਕੇ ਜਿਹੜੇ ਮਜ਼ਾਰਾਂ ਦੇ ਉੱਤੇ ਧਾਗੇ ਤਵੀਤ ਬੰਨ ਰਹੇ ਸੀ, ਤੇ ਧਾਗੇ ਤਵੀਤ ਬੰਨ ਰਹੇ ਸੀ, ਤੇ ਅਸੀਂ ਉਹਨਾਂ ਨੂੰ ਸਮਝਾਇਆ ਵੀ ਕਿ ਇਹ ਚੀਜ਼ ਜਿਹੜੀ ਹੈ ਗੁਰਮਤਿ ਦੇ ਸਿਧਾਂਤ ਦੇ ਬਿਲਕੁਲ ਉਲਟ ਹੈ। ਪਰ ਫਿਰ ਵੀ ਉਹ ਕਈ ਸਾਡੇ ਜਿਹੜੇ ਨੌਜਵਾਨ ਨੇ ਉਹ ਇਹ ਚੀਜ਼ ਕਹਿਣ ਲੱਗੇ ਕਿ ਅਸੀਂ ਅਕਾਲ ਪੁਰਖ ਨੂੰ ਸਨਮੁਖ ਰੱਖ ਕੇ ਧਾਗੇ ਤਵੀਤ ਬੰਨੀ ਹੈ, ਜਾਂ ਫਿਰ ਇਹ ਚੀਜ਼ ਅਸੀਂ ਬੰਨੀ ਹੋਈ ਹੈ। ਜਿੰਨੇ ਅਕਾਲ ਪੁਰਖ ਨੂੰ ਸਨਮੁਖ ਰੱਖਿਆ ਉਹਨੂੰ ਧਾਗਿਆਂ ਦੀ ਲੋੜ ਕੀ ਆ? ਅਸੀਂ ਵੀ ਉਹਨਾਂ ਨੂੰ ਇਹ ਚੀਜ਼ ਸਮਝਾਈ, ਪਰ ਜਿੱਥੇ ਅਕਾਲ ਪੁਰਖ ਸਨਮੁਖ ਹੋ ਗਿਆ ਨਾ, ਇਹ ਹੁੰਦੀਆਂ ਸਾਡੀਆਂ ਸ਼ਬਦੀ ਗੱਲਾਂ ਹਵਾ 'ਚ, ਠੀਕ ਹੈ ਨਾ ਜੀ। ਹੁਣ ਮੰਨ ਲਓ ਅਕਾਲ ਪੁਰਖ ਨੂੰ ਸਨਮੁਖ ਰੱਖ ਕੇ ਧਾਗੇ ਬੰਨ ਲਏ, ਇਹ ਤਾਂ ਕੋਈ ਗੱਲ ਨਾ ਹੋਈ। ਮੰਨ ਲਓ ਹੁਣ ਅਕਾਲ ਪੁਰਖ ਨੂੰ ਸਨਮੁਖ ਰੱਖ ਕੇ ਕੱਲ ਨੂੰ ਕੋਈ ਆਖੂ ਮੈਂ ਫਲਾਨਾ ਗਲਤ ਕੰਮ ਕਰਤਾ, ਹੁਣ ਚਲੋ ਮੈਂ ਇਹੋ ਜਿਹੇ ਕੰਮਾਂ ਦੇ ਨਾਂ ਨਹੀਂ ਲੈਣੇ। ਮੰਨ ਲਓ ਬੰਦਾ ਆਖੂ ਮੈਂ ਜਦੋਂ ਆਹ ਗਲਤ ਕੰਮ ਕੀਤਾ ਨਾ ਮੈਂ ਅਕਾਲ ਪੁਰਖ ਨੂੰ ਸਨਮੁਖ ਰੱਖ ਲਿਆ, ਹੈਨਾ। ਬੰਦਾ ਆਖੂ ਮੈਂ ਰਿਸ਼ਵਤ ਲੈਣ ਲੱਗਾ ਤੇ ਨਾਲੇ ਤੇ ਗਲਤ ਕੰਮ ਕਰ ਰਿਹਾ, ਨਾਲੇ ਕਹਿੰਦਾ ਮੈਂ ਅਕਾਲ ਪੁਰਖ ਨੂੰ ਸਨਮੁਖ ਰੱਖ ਲਿਆ, ਵੀ ਇਹ ਕੋਈ ਗੱਲ? ਇਹ ਸੈਂਸ ਹੀ ਨਹੀਂ ਬਣਦੀ। ਮਤਲਬ ਇਹ ਇੱਕ ਨੋਰਮਲ ਆਪਾਂ ਇਹਨੂੰ ਕਾਮਨ ਸੈਂਸ ਕਹਿੰਦੇ ਵੀ ਆਮ ਹੀ ਬੰਦੇ ਦੀ ਇਹ ਸਮਝ ਚਾਹੀਦੀ ਆ ਵੀ ਮੈਂ ਮੰਨ ਲਓ ਵੀ ਚਲੋ ਮੈਂ ਕਹਿ ਦਿੰਦਾ ਵੀ ਬੰਦਾ ਰਿਸ਼ਵਤ ਲੈਣ ਲੱਗਾ, ਬੰਦਾ ਕੋਈ ਗੁਨਾਹ ਕਰਨ ਲੱਗਾ, ਕੋਈ ਭੈੜਾ ਕਰਮ ਕਰਨ ਲੱਗਾ, ਆਖੇ ਮੈਂ ਤੇ ਜੀ ਅਕਾਲ ਪੁਰਖ ਨੂੰ ਸਨਮੁਖ ਰੱਖਿਆ ਏ। ਮਤਲਬ ਭੈੜੇ ਕਰਮ ਨੂੰ ਜਸਟੀਫਾਈ ਕਰਨ ਦੇ ਲਈ ਤੁਸੀਂ ਮਤਲਬ ਰੱਬ ਦਾ ਆਸਰਾ ਲੈ ਰਹੇ ਹੋ, ਤੇ ਫਿਰ ਇਹ ਪਾਪ ਕਰਮ ਨਹੀਂ ਤੇ ਹੋਰ ਕੀ ਆ? ਪਹਿਲੀ ਗੱਲ ਵੀ ਧਾਗੇ ਆ, ਉਹ ਧਾਗਾ ਨਾ ਜਿਹੜਾ ਬਾਜ਼ਾਰ ਦੇ ਵਿੱਚੋਂ ਮਿਲਦਾ, ਉਹ ਧਾਗਾ ਮਤਲਬ ਬਾਜ਼ਾਰ ਤੇ ਜਾ ਕੇ ਕੀ ਧਾਗੇ ਦੇ ਵਿੱਚ ਕੋਈ ਚੀਜ਼ ਫਿੱਟ ਹੋ ਜਾਂਦੀ? ਗੱਲ ਤੇ ਆ ਵੀ ਸੁਰਤ ਦੇ ਵਿੱਚ ਅਕਲ ਚਾਹੀਦੀ ਆ ਗੁਰਬਾਣੀ ਵਾਲੀ। ਧਾਗਿਆਂ ਨਾਲ ਕੀ ਹੋ ਜਾਣਾ ਵੀ ਬੰਨੀ ਲਓ। ਮੈਂ ਕਹਿੰਦਾ ਵੀ ਸਾਰੇ ਅੱਛਾ ਜਿਹੜਾ ਕੱਪੜੇ ਪਾਏ ਸਰੀਰ ਉੱਤੇ ਵੀ ਤੇ ਧਾਗਿਆਂ ਦੇ ਬਣੇ, ਠੀਕ ਹੈ। ਧਾਗੇ ਦੀ ਕਿਹੜੀ ਚੀਜ਼ ਨਹੀਂ ਹੈ? ਸਮਝ ਲੱਗੀ ਨਾ ਗੱਲ ਵੀ ਧਾਗੇ ਪਾਉਣ ਨਾਲ ਕੀ ਹੋ ਜਾਊਗਾ? ਵੀ ਜੇ ਤੁਹਾਨੂੰ ਇਦਾਂ ਲੱਗਦਾ ਤੇ ਫਿਰ ਬੰਦਾ ਕੱਪੜਿਆਂ ਦੀ ਜਗ੍ਹਾ ਸਾਰੇ ਸਿਰ ਤੇ ਪਿੰਡੇ ਤੇ ਧਾਗੇ ਬੰਨ ਲਿਆ ਕਰੇ ਹਾਂ, ਤੇ ਇਹਦੇ ਨਾਲ ਹੀ ਭਲਾ ਹੋ ਜਾਣਾ। ਸੋ ਇਹ ਐਵੇਂ ਫਾਲਤੂ ਦੀਆਂ ਗੱਲਾਂ ਭਈ ਉਹ ਮੈਂ ਨਾ ਮੰਨਣ ਵਾਲੀ ਗੱਲ ਹੋ ਜਾਂਦੀ। ਬੰਦਾ ਕਹਿੰਦਾ ਵਾ ਫਿਰ ਜਸਟੀਫਾਈ ਕਰਨ ਦੇ ਲਈ ਬੰਦਾ ਕਹਿੰਦਾ ਕਹੀ ਜਾਂਦਾ ਜੀ। ਭਾਈ ਸਾਹਿਬ ਜੀ, ਇਹ ਤਾਂ ਸੀ ਪ੍ਰਬੰਧਕਾਂ ਦੀ ਗੱਲ, ਤੇ ਸਭ ਤੋਂ ਅਗਰ ਅਸੀਂ ਦੇਖੀਏ ਕਿ ਇੱਕ ਜਿਹੜਾ ਬੱਚੇ ਦਾ ਪਾਲਣ ਪੋਸ਼ਣ ਹੁੰਦਾ ਹੈ ਉਹਦੇ ਮਾਪਿਓ ਕਰਦੇ ਨੇ। ਇੱਕ ਫੈਮਿਲੀ ਦਾ ਜਿਹੜਾ ਮਾਹੌਲ ਹੁੰਦਾ ਹੈ ਇੱਕ ਬੱਚੇ ਦੇ ਉੱਤੇ ਪੋਜ਼ਿਟਿਵ ਇਫੈਕਟ ਵੀ ਪਾਉਂਦਾ ਹੈ ਤੇ ਨੈਗੇਟਿਵ ਇਫੈਕਟ ਵੀ ਪਾਉਂਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਮਾਪਿਓ ਦੀ ਕਿੰਨੀ ਕੁ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰੂ ਦੀ ਮੱਤ ਦੇ ਨਾਲ ਜੋੜਨ ਤੇ ਇਹਨਾਂ ਮਨਮਤਾਂ ਤੋਂ ਦੂਰ ਰੱਖਣ? ਕਿਉਂਕਿ ਘਰਾਂ ਦੇ ਵਿੱਚ ਵੀ ਇਹ ਮਨਮਤਾਂ ਬਹੁਤ ਜ਼ਿਆਦਾ ਘਰ ਕਰ ਚੁੱਕੀਆਂ ਨੇ। ਮੈਂ ਸਮਝਦਾ ਵੀ ਜਿਵੇਂ ਕਸ਼ਮੀਰ ਦੇ ਵਿੱਚ ਚਲੋ ਮਿਸ਼ਨਰੀ ਕਾਲਜ ਉਪਰਾਲਾ ਕਰ ਰਿਹਾ ਬੱਚਿਆਂ ਦੀਆਂ ਕਲਾਸਾਂ ਲਾਉਣ ਦਾ, ਤੇ ਇਹ ਹੀ ਸਭ ਤੋਂ ਵੱਡਾ ਹੱਲ ਆ। ਤੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਬਣਦੀ ਆ ਵੀ ਜੇ ਉਹਨਾਂ ਨੂੰ ਆਪ ਨਹੀਂ ਪਤਾ ਤੇ ਉਹ ਆਪਣੇ ਬੱਚਿਆਂ ਨੂੰ ਪ੍ਰੇਰ ਕੇ, ਕਿਉਂਕਿ ਕਈ ਵਾਰ ਇਦਾਂ ਵੀ ਹੁੰਦਾ ਨਾ ਵੀ ਘਰ ਦੇ ਵਿੱਚ ਹੁਣ ਮਾਤਾ ਪਿਤਾ ਨੂੰ ਨਹੀਂ ਕੋਈ ਗੁਰਬਾਣੀ ਬਾਰੇ ਇੰਨੀ ਸਮਝ ਹੁੰਦੀ ਚਾਹੀਦੀ ਆ। ਹੁਣ ਜੇ ਮਾਤਾ ਪਿਤਾ ਨੂੰ ਆਪ ਸਮਝ ਨਹੀਂ ਤੇ ਉਹ ਵਿਚਾਰੇ ਆਪਣੇ ਬੱਚਿਆਂ ਨੂੰ ਕੀ ਸਮਝ ਦੇਣਗੇ, ਠੀਕ ਹੈ। ਸੋ ਉਹਦੇ ਲਈ ਸ਼ਬਦ ਦੀ ਵਿਚਾਰ ਸੁਣਨ, ਮਾਤਾ ਪਿਤਾ ਆਪ ਸੁਣੇ, ਆਪ ਇੱਕ ਅੰਦਰ ਹੁੱਬ ਹੋਵੇ ਸੁਣਨ ਦੀ। ਮਤਲਬ ਜਿੰਨਾ ਚਿਰ ਆਂਦੇ ਹੁੰਦੇ ਨਾ ਵੀ ਤੁਹਾਨੂੰ ਜੇ ਅੰਦਰੋਂ ਚਾਅ ਨਹੀਂ ਹੈ ਵੀ ਮਤਲਬ ਅਸੀਂ ਕਰਮਕਾਂਡਾਂ ਤੋਂ ਬਾਹਰ ਨਿਕਲਣਾ ਜਾਂ ਇਹਨਾਂ ਪਖੰਡਾਂ ਤੋਂ ਬਾਹਰ ਨਿਕਲ ਕੇ ਇੱਕ ਰੱਬ ਬਾਰੇ ਸਮਝਣਾ ਵਾ, ਗੁਰੂ ਬਾਰੇ ਸਮਝਣਾ ਵਾ, ਉਹਨਾਂ ਚਿਰ ਪਾਰ ਉਤਾਰਾ ਨਹੀਂ ਹੋ ਸਕਦਾ, ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਦਾ। ਮਾਤਾ ਪਿਤਾ ਲਈ ਇਹ ਆ ਵੀ ਉਹ ਸ਼ਬਦ ਦੀ ਵਿਚਾਰ ਸੁਣਨ,
ਠੀਕ ਹੈ। ਉਹ ਪ੍ਰਬੰਧਕਾਂ ਨੂੰ ਕਹਿਣ, ਮੰਨ ਲਓ ਜਿੱਥੇ ਵੱਖ-ਵੱਖ ਗੁਰਦੁਆਰੇ ਉੱਥੇ ਪ੍ਰਬੰਧਕਾਂ ਨੂੰ ਕਹਿਣ ਵੀ ਜਿੱਥੇ ਤੁਸੀਂ ਇੰਨਾ ਖਰਚਾ ਕਰ ਰਹੇ, ਕੋਈ ਚੰਗਾ ਪ੍ਰਚਾਰਕ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ, ਜਿਹੜਾ ਹਰ ਰੋਜ਼ ਸੰਗਤ ਨੂੰ ਸ਼ਬਦ ਦੀ ਵਿਚਾਰ ਸੁਣਾਵੇ। ਫਿਰ ਜਦੋਂ ਮਿਸ਼ਨਰੀ ਕਾਲਜ ਵਾਲੇ ਬੱਚਿਆਂ ਦੀਆਂ ਕਲਾਸਾਂ ਲਾ ਰਿਹਾ, ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਉੱਧਰ ਭੇਜੇ ਵੀ ਜਾਓ ਤੁਸੀਂ ਉੱਥੋਂ ਕੋਈ ਸਿੱਖ ਕੇ ਆਓ ਹੈ ਨਾ। ਤੁਸੀਂ ਇਹ ਤਾਂ ਹੀ ਹੋ ਸਕਦਾ ਰਲ ਮਿਲ ਕੇ, ਨਹੀਂ ਤੇ ਇਕੱਲੇ ਕਾਰੇ ਬੰਦੇ ਦਾ ਜਿਹੜਾ ਕੰਮ ਨਹੀਂ ਹੈ। ਜੀ ਭਾਈ ਸਾਹਿਬ ਜੀ, ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਤੁਹਾਨੂੰ ਕੀ ਲੱਗਦਾ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੀ ਕਿੰਨੀ ਕੁ ਜ਼ਿਆਦਾ ਜ਼ਰੂਰਤ ਹੈ, ਜੀਪੀਸੀ ਰਿਫਾਰਮੇਸ਼ਨ ਦੀ ਸਾਨੂੰ ਕਿੰਨੀ ਕੁ ਜ਼ਿਆਦਾ ਜ਼ਰੂਰਤ ਹੈ, ਨੌਜਵਾਨਾਂ ਦੀ ਜਿਹੜੀ ਮਾਨਸਿਕ ਨੌਜਵਾਨ ਜਿਹੜੇ ਇੱਕ ਕਰਮਕਾਂਡਾਂ ਦੇ ਵਿੱਚ ਫਸ ਰਹੇ ਨੇ, ਉਹਨਾਂ ਨੂੰ ਬਾਹਰ ਕੱਢਣ ਦੀ ਕਿੰਨੀ ਜ਼ਿਆਦਾ ਲੋੜ ਹੈ ਤਾਂ ਕਿ ਅਸੀਂ ਆਪਣੇ ਇਸ ਪੰਥ ਨੂੰ ਬਚਾ ਸਕੀਏ? ਨਹੀਂ, ਲੋੜ ਤੇ ਵੇਖੋ ਹੈ ਹੀ ਆ ਜੀ, ਲੋੜ ਤੋਂ ਤੇ ਕੋਈ ਮੁਨਕਰ ਨਹੀਂ ਆ। ਗੱਲ ਇਹ ਆ ਵੀ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਆ ਉਹ ਤੇ ਦੁਬਾਰਾ ਚਲਾਉਣ ਦੀ ਲੋੜ ਆ। ਮੈਂ ਸਮਝਦਾ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਨਾ, ਉਦੋਂ ਵੀ ਤਖਤਾਂ ਦੇ ਪੁਜਾਰੀਆਂ ਨੇ ਵਿਰੋਧ ਕੀਤਾ ਸੀ, ਠੀਕ ਹੈ ਜੀ। ਤੇ ਅੱਜ ਵੀ ਜੇ ਚੱਲ ਰਹੀ ਆ ਤੇ ਤਖਤਾਂ ਦੇ ਪੁਜਾਰੀ ਫਿਰ ਉਦਾਂ ਦੇ ਹੀ ਆ, ਤੇ ਗੁਰਦੁਆਰਾ ਸੁਧਾਰ ਲਹਿਰ ਦੀ ਤੇ ਲੋੜ ਹੈ ਹੀ ਆ। ਤੇ ਮੈਂ ਇਹਦੇ ਬਾਰੇ ਤੇ ਇੰਨਾ ਹੀ ਕਹਿ ਸਕਦਾ ਹਾਂ ਵੀ ਹਾਂਜੀ। ਇਹ ਸਨ ਜੀ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਜਿਨ੍ਹਾਂ ਦੇ ਨਾਲ ਆਪਾਂ ਇਸ ਵਿਸ਼ੇਸ਼ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਹੈ। ਦੇਖੋ ਪਿਆਰੀ ਸਾਧ ਸੰਗਤ ਜੀ, ਜੇ ਆਪਾਂ ਗੱਲ ਕਰੀਏ, ਸਾਡੇ ਕੋਲ ਗੁਰੂ ਹੀ ਇੱਕ ਹਨ ਜਿਹੜੇ ਸੰਪੂਰਨ ਹਨ, ਜਿਹੜੇ ਪੂਰੇ ਹਨ, ਜਿਹੜੇ ਹਰ ਅਧੂਰੀ ਚੀਜ਼ ਨੂੰ ਪੂਰਾ ਕਰ ਦਿੰਦੇ ਹਨ। ਤੇ ਫਿਰ ਆਪਾਂ ਇਹਨਾਂ ਅਧੂਰੀ ਚੀਜ਼ਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ ਕਿਉਂ ਫਸੀਏ? ਆਓ ਉਸ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਉਹ ਸਾਨੂੰ ਆਪਣਾ ਓਟ ਤੇ ਆਸਰਾ ਬਖਸ਼ਣ ਤੇ ਆਪਣੇ ਗੁਰੂ ਦੇ ਦੱਸੇ ਹੋਏ ਰਾਹ ਤੇ ਆਪਾਂ ਤੁਰਨ ਦੇ ਯੋਗ ਹੋਈਏ, ਤਾਂ ਜਾ ਕੇ ਅਸੀਂ ਸਰਬਤ ਦਾ ਭਲਾ ਮੰਗੀਏ। ਪੁਨ੍ਹਾ ਚੁਕਾਂਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।